ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਔਰ ਰਵਿੰਦਰ ਸਿੰਘ ਜੀ ਅੱਜ ਇੱਕ ਅਜਿਹੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੇ ਵਿਸ਼ੇ ਦੇ ਨਾਲ ਲਗਭਗ ਜਿੰਨੇ ਵੀ ਡਾਕਟਰਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ ਉਹ ਉਸ ਚੀਜ਼ ਦੀ ਘਾਟ ਦਾ ਅਕਸਰ ਜ਼ਿਕਰ ਕਰਦੇ ਨੇ ਨਾਲ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਇਸ ਨੂੰ ਪੂਰਾ ਕਰਨ ਲਈ ਸੋਰਸ ਲਿਮਟਿਡ ਨੇ ਤੇ ਜਦੋਂ ਸੋਰਸ ਲਿਮਟਿਡ ਨੇ ਤਾਂ ਫਿਰ ਉਹਦੇ 'ਚ ਇਹ ਸ਼ੱਕ ਵੀ ਪੈਦਾ ਹੁੰਦਾ ਵੀ ਕਿ ਜਿਹੜੀ ਚੀਜ਼ ਆਪਾਂ ਲੈ ਰਹੇ ਹਾਂ ਕਿ ਉਹ ਅਸਲੀ ਹੈ ਜਾਂ ਨਕਲੀ ਹੈ ਜਾਂ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਆ ਜਾਂਦੀਆਂ ਨੇ ਜਿਹਦੇ ਨਾਲ ਬਾਡੀ ਨੂੰ ਫਾਇਦਾ ਪਹੁੰਚਾਉਣ ਦੀ ਜਗ੍ਹਾ ਉਲਟਾ ਨੁਕਸਾਨ ਹੋ ਜਾਂਦਾ। ਅੱਜ ਆਪਾਂ ਉਸ ਵਿਸ਼ੇ ਨੂੰ ਇੱਕ ਤਾਂ ਆਪਾਂ ਉਸ ਵਿਸ਼ੇ ਦੇ ਉੱਤੇ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਚੀਜ਼ ਦੀ ਘਾਟ ਦੇ ਨਾਲ ਸਰੀਰ ਦੇ ਵਿੱਚ ਕੀ ਕੀ ਤਕਲੀਫਾਂ ਹੁੰਦੀਆਂ ਨੇ, ਉਹਦੇ ਸਾਈਨ ਕੀ ਨੇ, ਲੱਛਣ ਕੀ ਨੇ ਅਤੇ ਉਹ ਜਿਹੜੀ ਘਾਟ ਆ ਉਹ ਆਪਾਂ ਕਿਵੇਂ ਪੂਰੀ ਕਰ ਸਕਦੇ ਹਾਂ, ਬਿਮਾਰੀ ਕੀ ਪੈਦਾ ਹੁੰਦੀ ਹੈ, ਬਿਮਾਰੀ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ। ਰਵਿੰਦਰ ਸਿੰਘ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰਵਿੰਦਰ ਸਿੰਘ ਜੀ, ਵਿਟਾਮਿਨ B12 ਇਹ ਇੱਕ ਅਜਿਹੀ ਡੈਫੀਸ਼ੈਂਸੀ, ਇੱਕ ਅਜਿਹੀ ਘਾਟ ਹੈ ਜਿਹੜੀ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਅਤੇ ਇੱਥੋਂ ਤੱਕ ਕਿ ਬੰਦਾ ਜਿਹੜਾ ਉਹ ਆਪਣੇ ਆਪ ਨੂੰ ਨਕਾਰਾ ਸਮਝਣ ਲੱਗ ਜਾਂਦਾ ਅਤੇ ਬਹੁਤ ਬੰਦੇ ਜਿਹੜੇ ਨੇ, ਜੇ ਮੈਂ ਗਲਤ ਹਾਂ ਮੈਨੂੰ ਕਰੈਕਟ ਕਰ ਦੇਣਾ, ਇਹਦੇ ਕਰਕੇ ਆਤਮ ਹੱਤਿਆ ਵੀ ਕਰ ਜਾਂਦੇ ਨੇ। ਅਤੇ ਥੋੜ੍ਹਾ ਸਮਝਾਓਗੇ ਵਿਟਾਮਿਨ B12 ਦੇ ਹੈ ਕੀ ਹੈ ਅਤੇ ਫਿਰ ਆਪਾਂ ਇਹਨੂੰ ਅੱਗੇ ਵਧਦੇ ਹਾਂ। ਦੇਖੋ, ਅਗਰ ਦੇਖਿਆ ਜਾਏ B ਲਾ ਕੇ 12 ਲਿਖਿਆ, B ਕੰਪਲੈਕਸ ਹੈ, ਇੱਕ ਫੈਮਿਲੀ ਹੈ ਪੂਰੀ। 12 ਨੰਬਰ 'ਤੇ ਉਹਦੇ ਜਿਹੜੇ ਲੱਭੇ ਗਏ ਹੈ, ਜਿਵੇਂ ਸਭ ਤੋਂ ਪਹਿਲਾਂ ਆਉਂਦਾ B1, ਉਹਨੂੰ ਥਾਇਆਮਿਨ ਕਹਿੰਦੇ ਆ, B2 ਨਾਇਸਿਨ, B3 ਨਾਇਸਿਨ ਸੌਰੀ, ਇਹ ਸਭ ਦੇ ਨਾਮ ਨੇ। ਫੋਲਿਕ ਐਸਿਡ ਵਿੱਚ ਬੜੇ ਸੋਹਣੇ ਚੀਜ਼ਾਂ ਨੇ। ਇਹ B12 B ਫੈਮਿਲੀ ਦਾ ਇੱਕ ਵਿਟਾਮਿਨ ਹੈ ਜਿਹੜਾ ਕਿ ਨਰਵਸ ਸਿਸਟਮ ਨਾਲ ਜੁੜਿਆ ਹੋਇਆ। ਤਾਂ ਜਿੰਨੇ ਵੀ ਬੀਜ਼ ਨੇ ਉਹ ਤੁਹਾਡੇ ਨਰਵਸ ਸਿਸਟਮ ਅਤੇ ਲਿਵਰ 'ਤੇ ਹੈਲਪ ਕਰਦੇ ਨੇ। ਜਿਵੇਂ B1 ਹੈ ਥਾਇਆਮਿਨ, ਉਹ ਟੋਟਲ ਬ੍ਰੇਨ ਦੀ ਜਿਹੜੀ ਕੰਡਕਟੀਵਿਟੀ ਹੈ ਨਾ, ਨਰਵਸ, ਮੈਮਰੀ ਦਾ ਵਿਟਾਮਿਨ ਮੰਨਿਆ ਜਾਂਦਾ। B12 ਨਰਵ ਦੇ ਉੱਪਰ ਨਾ ਇੱਕ ਸ਼ੀਦਿੰਗ ਹੁੰਦੀ ਹੈ, ਜਿਵੇਂ ਕਹਿ ਲਓ ਇੱਕ ਹਾਂਜੀ, ਹੁਣ ਕਾਪਰ ਦੀ ਤਾਰ ਹੈ, ਉਹਦੇ ਉੱਪਰ ਇੱਕ ਪਲਾਸਟਿਕ ਦੀ ਕਵਰਿੰਗ ਹੈ। ਜੇ ਉਹ ਕਵਰਿੰਗ ਤਾਰ ਦੀ ਉਹ ਸ਼ਾਰਟ ਸਰਕਟ ਹੋ ਸਕਦੀ ਹੈ ਨਾ, ਐਗਜ਼ੈਕਟਲੀ। ਅਗਰ ਤੁਹਾਡੀ ਉਹ ਨਰਵ ਜਿਹੜੀ ਸ਼ੀਦਿੰਗ ਹੈ, ਮੈਂ ਉਹਦਾ ਨਾਮ ਵੀ ਦੱਸੂਗਾ ਵੀਡੀਓ 'ਚ, ਜੇ ਉਹ ਨਾ ਰਹੇ, ਨਰਵ ਆਪਸ 'ਚ, ਜਿਵੇਂ ਕਹਿੰਦੇ ਉਹ ਇੱਕ ਫਿਲਮ 'ਚ ਕਹਿੰਦਾ ਕੈਮੀਕਲ ਲੋਚਾ ਹੈ, ਉਹ ਕੈਮੀਕਲ ਲੋਚਾ ਨਹੀਂ ਹੈ, ਉਹ ਤੁਹਾਡੀ ਲਿਟਰਲੀ ਨਰਵਸ ਜਾਂ ਤਾਰਾਂ ਬ੍ਰੇਨ ਦੀਆਂ ਜਾਂ ਬਾਡੀ ਦੀਆਂ ਆਪਸ 'ਚ ਟੱਚ ਕਰਨ ਲੱਗ ਗਈਆਂ, ਫਿਰ ਝਟਕਾ ਵੀ ਪੈ ਸਕਦਾ, ਫਿਰ ਜਿਵੇਂ ਸੁਸਾਈਡਲ ਵੀ ਹੋ ਜਾਂਦਾ ਬੰਦਾ। ਉਹਦੀ ਤਾਂ ਗੱਲ ਕਰਾਂਗੇ, ਮਗਰ ਇਹ ਜਿਵੇਂ ਇਹ ਆਪਣੇ ਮੋਸਟ ਇੰਪੋਰਟੈਂਟ ਜਿਹੜਾ ਨਰਵਸ ਸਿਸਟਮ ਦੇ ਉੱਪਰ ਜਿਹੜੀ ਲਾਈਨਿੰਗ ਹੈ, ਇਹ ਉਹਦਾ ਵਿਟਾਮਿਨ ਹੈ। ਜਿਹੜੀ ਨਰਵ ਸਿਸਟਮ ਦੀ ਜਿਹੜੀ ਲਾਈਨਾਂ, ਜਿਹੜੀ ਨਰਵਸ ਸਿਸਟਮ ਦੀ ਜਿਹੜੀਆਂ ਨਾੜੀਆਂ ਨੇ, ਤਾਰਾਂ ਨੇ, ਉਹਦੇ ਉੱਤੇ ਕੋਟਿੰਗ ਹੋਈ ਵੀ ਹੈ, ਕੋਟ ਹੋਇਆ ਪਿਆ, ਜਿਸ ਤਰ੍ਹਾਂ ਦੰਦਾਂ ਦੇ ਉੱਤੇ ਇਨਾਮਲ ਹੁੰਦਾ। ਬਿਲਕੁਲ ਉਵੇਂ ਹੀ ਹੈ। ਇਹ ਉਹ ਕੋਟਿੰਗ ਨੂੰ ਬਚਾ ਕੇ ਰੱਖਣ 'ਚ, ਉਹਨੂੰ ਬਰਕਰਾਰ ਰੱਖਣ 'ਚ ਬਹੁਤ ਇੰਪੋਰਟੈਂਟ ਹੈ। ਅਤੇ ਜਦੋਂ ਇਹ ਘਾਟ ਹੁੰਦੀ ਹੈ ਬਾਡੀ ਦੇ ਅੰਦਰ, ਫਿਰ ਕੀ ਲੱਛਣ ਹੁੰਦੇ ਨੇ, ਕਿੱਦਾਂ ਪਤਾ ਲੱਗਦਾ ਹੈ? ਹਾਂਜੀ, ਜਿਹੜੀ ਸਭ ਤੋਂ ਪਹਿਲੀ ਇੰਟਰਸਟਿੰਗ ਗੱਲ ਹੈ, ਇਹ ਬਹੁਤ ਮਾਈਨਿਊਟ ਅਮਾਊਂਟ 'ਚ ਚਾਹੀਦੀ ਹੈ, ਇਹ ਵੱਡੇ ਅਮਾਊਂਟ 'ਚ ਨਹੀਂ ਚਾਹੀਦੀ। 0.25 mcg ਮਾਈਕਰੋਗ੍ਰਾਮਸ 'ਚ, ਗ੍ਰਾਮਸ ਵੀ ਨਹੀਂ, ਪੁਆਇੰਟ ਤਾਂ ਲੱਗ ਗਿਆ, ਪਹਿਲਾਂ ਹੀ ਪੁਆਇੰਟ ਹੋ ਗਿਆ, ਗ੍ਰਾਮ ਤੋਂ ਮਾਈਕਰੋਗ੍ਰਾਮ 'ਚ। ਮਗਰ ਇਹ ਬਾਡੀ 'ਚ ਆਏ ਅਤੇ ਉਹ ਪ੍ਰੋਸੈਸ ਹੋ ਕੇ ਲੱਗ ਜੇ, ਉਹਦੇ ਲਈ ਬਹੁਤ ਕੁਛ ਹੈ। ਪਹਿਲੀ ਚੀਜ਼ ਤਾਂ ਉਹਦੇ ਸਾਈਨ ਪਤਾ ਹੋਣੇ ਚਾਹੀਦੇ ਨੇ ਕਿ ਕਿਆ ਤੁਹਾਨੂੰ ਡੈਫੀਸ਼ੀਐਂਸੀ ਹੈ। ਅਤੇ ਇੱਕ ਸਭ ਤੋਂ ਬੜੀ ਗੱਲ ਪਹਿਲਾਂ ਦੱਸਦਾ, ਇਹਦੀ ਇੱਕ ਸਟੇਜ ਇਹੀ ਜਿਹੀ ਹੈ ਜਿੱਥੋਂ ਇਰਰਿਵਰਸਿਬਲ ਹੋ ਜਾਂਦੀ ਹੈ, ਤੁਹਾਡਾ ਠੀਕ ਨਹੀਂ ਹੋ ਸਕਦੀ। ਅਗਰ ਨਰਵਸ ਸਿਸਟਮ ਇੱਕ ਪੁਆਇੰਟ ਹੈ, ਉਹ ਕ੍ਰਾਸ ਕਰ ਗਿਆ, ਫਿਰ ਮੈਂ ਕੀ ਕੋਈ ਕੀ, ਫਿਰ ਤਾਂ ਤੁਹਾਡੀ ਬਾਡੀ ਤੁਸੀਂ ਨਹੀਂ ਰਿਕਵਰ ਕਰ ਸਕਦੇ, ਕਿਉਂਕਿ ਉਹ ਇੱਕ ਇਰਰਿਵਰਸਿਬਲ ਪੁਆਇੰਟ 'ਤੇ ਪਹੁੰਚ ਗਈ। ਜੇ ਰੱਬ ਨਾ ਕਰੇ ਤੁਸੀਂ ਉੱਥੇ ਪਹੁੰਚ ਨਹੀਂ ਹੋ, ਤਾਂ ਆਪਣੇ ਕੋਲ ਉਹਨੂੰ ਬਚਾਉਣ ਦਾ ਫੁੱਲ ਫਲੈਜਡ ਵਧੀਆ ਤਰੀਕਾ ਹੈ। ਮਗਰ ਜਿਵੇਂ ਤੁਸੀਂ ਡਿਸਕਲੇਮਰ ਦਿੰਦੇ ਹੋ, ਇਹ ਮੈਡੀਕਲ ਐਡਵਾਈਸ ਨਹੀਂ ਹੈ, ਇਹ ਮੇਰੀ ਪਰਸਨਲੀ ਜਿੱਤੀ ਹੋਈ ਨੌਲੇਜ ਹੈ ਨਾ। ਆਪ ਜਿਵੇਂ ਆਪ ਖੇਲ ਕੇ ਲਾਈਫ 'ਚ ਪੰਗੇ ਲੈ ਕੇ ਸਿੱਖਿਆ, ਬੁੱਕਾਂ ਪੜ੍ਹੀਆਂ, ਮਗਰ ਇਹ ਮੈਡੀਕਲ ਐਡਵਾਈਸ ਨਹੀਂ ਹੈ। ਤੁਸੀਂ ਆਪਣੇ ਡਾਕਟਰ ਨਾਲ ਸਲਾਹ ਕਰਕੇ ਕਰਨਾ ਜੋ ਕਰਨਾ, ਠੀਕ ਹੈ ਜੀ। ਇਹਦੇ ਸਾਈਨ ਕੀ ਹੈ? ਸਭ ਤੋਂ ਪਹਿਲਾਂ ਪੇਲ ਸਕਿਨ, ਜਿਵੇਂ ਬੰਦਾ ਪੀਲੀਆ ਨਹੀਂ ਹੋ ਜਾਂਦਾ ਜੀ, ਪੇਲ ਸਕਿਨ ਹੋ ਜਾਂਦੀ ਹੈ। ਤਾਂ ਚਮੜੀ ਪੀਲੀ ਜਿਹੀ ਰੰਗ ਦੀ ਹੁੰਦੀ, ਫਿਰ ਇਹਦਾ ਲੀਵਰ 'ਤੇ ਵੀ ਅਸਰ ਪੈਂਦਾ? ਆਫਕੋਰਸ, ਮੈਂ ਕਿਹਾ B ਵਿਟਾਮਿਨ ਹਰ ਇੱਕ ਕੋਈ ਲਿਵਰ ਨਾਲ ਜੁੜਿਆ ਹੋਇਆ, ਇਹ B ਹੈ ਵੀ, ਇਹ ਲਿਵਰ ਨਾਲ ਜੁੜਿਆ, ਤਾਂ ਤੁਹਾਡੀ ਸਕਿਨ ਪੇਲ ਹੋ ਜਾਂਦੀ ਹੈ, ਪਹਿਲਾ ਸਾਈਨ। ਦੂਜਾ ਸਾਈਨ, ਕੌਨਸਟੈਂਟ ਫਟੀਗਡ। ਇੱਕ ਹੁੰਦਾ ਕਿ ਬੰਦਾ ਥੱਕ ਗਿਆ, ਦਿਨ 'ਚ ਇੱਕ ਅੱਧੀ ਵਾਰੀ, 2 ਵਾਰੀ ਥੱਕ ਗਿਆ, ਇਹ ਬੰਦਾ ਹਮੇਸ਼ਾ ਹੀ ਥੱਕਿਆ ਰਹੇਗਾ, ਜਿਹਨੂੰ ਤੁਸੀਂ ਕ੍ਰੋਨਿਕ ਫਟੀਗ ਸਿੰਡਰਮ ਕਹਿ ਦਿਓ। ਉਹ ਸਿੰਡਰਮ ਤਾਂ ਵਰਡ ਹੀ ਗਲਤ ਹੈ, ਜਿਹੜੀ ਚੀਜ਼ ਨੂੰ ਮੈਡੀਕਲ ਸਾਇੰਸ ਕੁਝ ਕਰ ਨਹੀਂ ਨਾ ਸਕਦੀ, ਉਹਦੇ ਪਿੱਛੇ ਸਿੰਡਰਮ ਲਾ ਦਿੰਦੀ ਹੈ।
ਘੁੱਲੂ ਘਰ ਹੈ ਜੀ, ਅਸਲ 'ਚ ਕੁਝ ਨਹੀਂ ਸਮਝ ਸਕਦੇ ਕੀ ਮਤਲਬ ਉਹਦਾ, ਤਾਂ ਆਪਾਂ ਉਸ ਸਾਇੰਸ 'ਚ ਨਹੀਂ ਹੈ। ਬੰਦਾ ਨੂੰ ਕਰੋਨਿਕ ਕੌਨਸਟੈਂਟ ਮਤਲਬ ਹਮੇਸ਼ਾ ਕੌਨਸਟੈਂਟ ਫਟੀਗ ਮਤਲਬ ਟਾਇਰਡਨੈਸ, ਥੱਕਿਆਪਨ। ਤੀਜਾ ਮਾਊਥ ਪ੍ਰੋਬਲਮਸ ਹੋ ਜਾਂਦੀਆਂ ਬੰਦੇ ਨੂੰ, ਜੀਭ ਅੰਦਰ ਛਾਲੇ, ਜੀਭ ਸ਼ਾਈਨੀ ਅਤੇ ਕਿਵੇਂ ਚਿੱਟੇ ਰੰਗ ਦੀ ਜੀਭ ਹੋ ਜਾਏਗੀ, ਉਹ ਆਕਸੀਜਨ ਜਾਣੀ ਬੰਦ ਹੋ ਗਈ। ਉਹਦਾ ਦੱਸੂਗਾ ਕਾਰਨ। ਅਤੇ ਮਾਊਥ ਪ੍ਰੋਬਲਮਸ 90% ਜਦ ਮੇਰੇ ਕੋਲ ਕੇਸ ਆਉਂਦਾ ਉਹ ਮੈਨੂੰ ਪਤਾ ਜਾਂ B12 ਜਾਂ ਜ਼ਿੰਕ, ਇਹ ਦੋਨਾਂ 'ਚ ਇੱਕ ਚੀਜ਼ ਨਾ 100%, ਮਗਰ ਗਰੰਟੀ ਕੋਈ ਨਹੀਂ ਲੈਂਦਾ ਜੀ। ਤੀਜੀ ਚੀਜ਼ ਜਿਹੜਾ ਕਿ ਸਭ ਤੋਂ ਇੰਪੋਰਟੈਂਟ ਹੈ, ਕੋਗਨੀਟਿਵ ਇਸ਼ੂਜ਼। ਕੋਗਨੀਟਿਵ ਮੀਨਸ ਹੁੰਦਾ ਜਾਗਰੂਕ। ਇੱਕ ਬੰਦਾ ਕੋਗਨੀਟਿਵ ਹੈ, ਇੱਕ ਬੰਦਾ ਡਲ ਹੈ। ਹੁਣ ਇਸ 'ਚ ਕੀ ਆ ਗਿਆ? ਸਭ ਤੋਂ ਪਹਿਲਾਂ ਡਿਪਰੈਸ਼ਨ। ਡਿਪਰੈਸ਼ਨ ਕੀ ਹੁੰਦਾ? ਬੰਦਾ ਮਾਯੂਸ ਹੈ ਜੀ। ਦੂਜੇ ਨੰਬਰ 'ਤੇ ਇਹਦੇ 'ਚ ਐਂਗਜ਼ਾਇਟੀ ਉਹ ਬੰਦੇ ਨੂੰ ਆਉਣ ਲੱਗ ਜਾਂਦੀ, ਕਿਉਂਕਿ ਕੋਗਨੀਟਿਵ ਇਸ਼ੂ ਨਾਲ ਲੈਣਾ ਦੇਣਾ। ਮੈਮਰੀ ਡਿਸਆਰਡਰਸ, ਕਿਉਂਕਿ ਬ੍ਰੇਨ ਦੇ ਨਾਲ ਕੰਮ ਹੈ ਉਰੇ। ਤੀਜੇ ਨੰਬਰ 'ਤੇ ਜਿਹਨੂੰ ਹੁਣ ਤੁਹਾਨੂੰ ਮੈਂ ਇੰਗਲਿਸ਼ ਦਾ ਵਰਡ ਹੈ ਮੇਰੇ ਕੋਲ, ਕਹਿੰਦਾ ਪੈਰਾਨੋਇਆ। ਪੈਰਾਨੋਇਆ ਹੁੰਦਾ ਕਿ ਐਕਸਟ੍ਰੀਮ ਡਰ, ਕੋਈ ਮਾਰ ਦੂਗਾ ਮੈਨੂੰ। ਜਿਵੇਂ ਆਪਾਂ ਕਹਿੰਦੇ ਬੰਦਾ ਥੋੜ੍ਹਾ ਜਿਹਾ ਕੁਝ ਗੜਬੜ ਹੋ ਗਈ, ਉਹ ਐਕਚੁਅਲ 'ਚ ਕੀ ਹੈ? ਉਹ ਕੋਗਨੀਟਿਵ ਇਸ਼ੂ ਹੈ। ਉਹ ਬੰਦਾ ਐਂ ਲੱਗਦਾ ਉਹਨੂੰ ਕਿਤੇ ਹੋਰੇ ਪਹੁੰਚਿਆ ਹੋਇਆ। ਅਸੀਂ ਤਾਂ ਬੜੀ ਇੰਟਰਸਟਿੰਗ ਜੀ ਗੱਲ ਹੈ ਕਿ ਡਰ ਉਹ ਵੀ ਐਕਸਟ੍ਰੀਮ ਡਿਗਰੀ ਦਾ, ਬਹੁਤ ਹਾਈ ਉਹਨੂੰ ਲੱਗਣ ਲੱਗ ਜਾਂਦਾ। ਨਰਵ ਡੈਮੇਜ। ਹੁਣ ਨਰਵ ਡੈਮੇਜ ਅਤੇ ਬ੍ਰੇਨ ਡੈਮੇਜ ਇੱਕੋ ਤਰੀਕੇ ਨਾਲ ਹੈ। ਬ੍ਰੇਨ ਹੈ ਕਿ ਇੱਕ ਕੰਸਨਟ੍ਰੇਸ਼ਨ ਆਫ ਨਰਵ ਹੈ, ਮਗਰ ਇਸ ਦੇ ਵਿੱਚ ਉਹ ਆ ਜਾਂਦੀ ਹੈ ਜਿਹਨੂੰ ਕਹਿੰਦੇ ਪਰੀਫਰਲ ਨੈਰੋਪੈਥੀ, ਜਿਸ 'ਚ ਸਭ ਤੋਂ ਪਹਿਲਾਂ ਪੈਰਾਂ ਦੀਆਂ ਉਂਗਲੀਆਂ ਜਾਂ ਟੋਜ਼, ਫਿਰ ਹੱਥਾਂ 'ਚ ਨੰਬਨੈਸ ਤੋਂ ਬਾਅਦ ਨਾ ਜਿਵੇਂ ਆਪਾਂ ਕਿਵੇਂ ਕਹੀਏ, ਇੱਕ ਤਾਂ ਹੁੰਦਾ ਉਹ ਹੁੰਦੀ ਹੈ ਤੁਸੀਂ ਜਿਹਨੂੰ ਤੁਸੀਂ ਕਹਿੰਦੇ ਹੋ ਜਿਵੇਂ ਗੈਂਗਰੀਨ। ਇਹ ਗੈਂਗਰੀਨ ਨਹੀਂ ਹੁੰਦੀ, ਇਸ 'ਚ ਜਿਵੇਂ ਸੁੱਕ ਗਿਆ, ਡਰਾਈ ਹੋ ਕੇ ਨਹੀਂ ਸੁੱਕ ਜਾਂਦਾ, ਗਲਣਾ ਅਲੱਗ ਹੁੰਦਾ, ਸੁੱਕਣਾ ਅਲੱਗ ਹੁੰਦਾ। ਇਹ ਨੈਰੋਪੈਥੀ ਜਿਹੜੀ ਇਹ ਹੈ ਪਰੀਫਰਲ ਮਤਲਬ ਹੁੰਦਾ ਸਭ ਤੋਂ ਐਂਡ ਦੇ ਐਜ, ਇਹ ਉਹਦੀ ਨਰਵ ਡੈਮੇਜ ਹੋ ਲੈਂਦੀ ਹੈ। ਉਹਦੇ ਪਿੱਛੇ ਕਾਰਨ ਕਿ ਉੱਥੇ ਜਾਂਦੇ। ਇੱਕ ਹੋਰ ਬਲਰਡ ਵਿਜ਼ਨ, ਧੁੰਦਲਾ ਦਿਖਣ ਲੱਗ ਜਾਂਦਾ। ਦੱਸੋ ਕਿਉਂ? ਅੱਖ ਕੀ ਹੈ? ਬ੍ਰੇਨ ਦੀ ਇੱਕ ਨਰਵ ਹੈ, ਅੱਖ ਬ੍ਰੇਨ ਦਾ ਪਾਰਟ ਹੈ, ਇਹ ਅਟੈਚਮੈਂਟ ਨਹੀਂ ਹੈ, ਇਹ ਬ੍ਰੇਨ ਦਾ ਹੀ ਇੱਕ ਪਾਰਟ ਹੈ, ਗੁੱਛਾ ਹੈ ਨਰਵਸ ਦਾ। ਜਿੱਥੇ ਨਰਵਸ ਡੈਮੇਜ ਹੋਣ ਲੱਗੀਆਂ ਆਟੋਮੈਟਿਕ ਇਹ ਨਰਵਸ ਦਾ ਵਾਈਟਮਿਨ ਹੈ, ਇਹਨੇ ਤੁਹਾਡਾ ਵਿਜ਼ਨ ਬਲਰ ਹੋ ਜਾਂਦਾ, ਬੰਦੇ ਨੂੰ ਐਨਕ ਲਾਉਣੀ ਪੈਂਦੀ ਹੈ। ਆਖਰੀ ਇਹਦੇ ਨਾਲ ਹਾਰਟ ਰੇਟ ਤੇਜ਼ ਹੋ ਜਾਂਦੀ ਹੈ। ਜੇ ਤੁਹਾਡੇ ਕੋਲ ਇਹਦੀ ਡੈਫੀਸ਼ੀਐਂਸੀ ਹੈ, ਤੁਹਾਡਾ ਹਾਰਟ ਐਕਸਟਰਾ ਪੰਪਿੰਗ 'ਤੇ ਆਉਂਦਾ। ਕਿਉਂ? ਆਪਾਂ ਲਾਸਟ ਵੀਡੀਓ 'ਚ ਗੱਲ ਕਰੀ ਸੀ ਇਸ ਬਾਰੇ। ਜਦੋਂ ਆਕਸੀਜਨ ਘੱਟ ਗਈ ਬਲੱਡ 'ਚ, ਜਦੋਂ ਆਕਸੀਜਨ ਘੱਟ ਗਈ, ਬਲੱਡ ਨੂੰ ਓਨੀ ਆਕਸੀਜਨ ਭੇਜਣ ਲਈ 3 ਵਾਰੀ ਕੰਮ ਕਰਨਾ ਪੈ ਰਿਹਾ, 2 ਵਾਰੀ ਕਰਨਾ ਪੈ ਰਿਹਾ, 4 ਵਾਰੀ ਕਰਨਾ ਪੈ ਰਿਹਾ। ਹੁਣ ਇਹ ਕੀ ਹੋਇਆ? B12 ਰੈੱਡ ਬਲੱਡ ਸੈੱਲਸ ਬਣਾਉਣ 'ਚ ਹੈਲਪ ਕਰਦਾ ਹੈ। ਰੈੱਡ ਬਲੱਡ ਸੈੱਲ ਆਕਸੀਜਨ ਕੈਰੀ ਕਰਦੇ ਨੇ। ਹੁਣ ਅਗਰ ਕੈਰੀ ਕਰਨ ਵਾਲੀ ਲੈਟਸ ਸੇ ਤੁਹਾਡੇ ਕੋਲ ਗੱਡਾ ਹੀ ਨਹੀਂ ਹੈਗਾ, ਸਮਾਨ ਪਹੁੰਚੇਗਾ ਹੀ ਨਹੀਂ, ਤਾਂ ਇੱਕੋ ਗੱਡਾ 5 ਗੇੜੇ ਲਾਉਣ ਲੱਗ ਗਿਆ। ਜਿੱਥੇ 5 ਗੇੜੇ ਨੇ ਗੱਡਿਆਂ ਨੇ ਇੱਕ ਗੇੜਾ ਲਾਉਣਾ ਸੀ, ਰੈੱਡ ਬਲੱਡ ਸੈੱਲ ਨੂੰ ਲਾ ਲਓ ਤੁਸੀਂ, ਇੱਕ ਚੀਜ਼ ਹੈ ਉਹ ਆਕਸੀਜਨ ਨੂੰ ਲੈ ਕੇ ਜਾਂਦਾ ਡਿਫਰੈਂਟ ਅੰਗਾਂ 'ਚ। ਸਿੰਪਲ ਹੈ ਨਾ? ਸੋਨੇ ਭਈਆ ਰੱਖਿਆ ਗੱਡਾ ਲੈ ਕੇ ਜਾਂਦਾ, ਉਹ 5 ਰੱਖੇ ਸੀ, 4 ਛੁੱਟੀ ਮਾਰ ਗਏ, ਇੱਕ ਨੂੰ 5 ਦੇ ਬਦਲੇ ਗੇੜੇ ਲਾਣੇ ਪੈ ਗਏ। ਹਾਰਟ ਨੂੰ ਹਰ ਗੇੜੇ 'ਤੇ ਪੰਪ ਮਾਰਨਾ ਪੈਂਦਾ ਦੇਸੀ ਲੈਂਗੁਏਜ 'ਚ। ਤਾਂ ਹਾਰਟ ਦੀ ਪ੍ਰੋਬਲਮ ਨਹੀਂ ਹੈ, B12 ਡੈਫੀਸ਼ੀਐਂਸੀ ਹੈ। ਤਾਂ ਇਹ ਸਾਈਨ ਨੇ ਜਿਸ ਤੋਂ ਪਤਾ ਲੱਗਦਾ ਕਿ B12 ਦੀ ਡੈਫੀਸ਼ੀਐਂਸੀ ਹੈ। ਡੈਫੀਸ਼ੀਐਂਸੀ ਆਪਾਂ ਨੇ ਕਾਫੀ ਵਾਰ ਬੋਲਤਾ ਅਤੇ ਸਾਈਨ ਵੀ ਆਪਣਾ ਦੱਸਦੇ। ਡੈਫੀਸ਼ੀਐਂਸੀ ਮਤਲਬ ਘਾਟ। ਹੁਣ ਇਹ ਦੱਸੋ ਵੀ ਇਹ ਕਿਹੜੀਆਂ ਚੀਜ਼ਾਂ 'ਚੋਂ ਆਪਾਂ ਨੂੰ ਮਿਲਦਾ, ਜਿਹੜੀਆਂ 'ਚੋਂ ਆਪਾਂ ਨੂੰ ਨਹੀਂ ਮਿਲ ਪਾ ਰਿਹਾ? ਠੀਕ ਹੈ, ਪਹਿਲਾਂ ਉਸ ਤੋਂ ਪਹਿਲਾਂ ਇੱਕ ਹੋਰ ਸਬਜੈਕਟ ਹੈ, ਇਹ ਹੈਲਪ ਕਿਸ ਚੀਜ਼ 'ਚ ਕਰਦਾ? ਤੁਹਾਨੂੰ ਪਤਾ ਆਪਣੀ ਬੋਡੀ 'ਚ ਇੱਕ ਚੀਜ਼ ਹੈ DNA, ਉਹਦਾ ਪੰਜਾਬੀ ਵਰਡ ਲੱਭਣਾ ਆਲਮੋਸਟ ਇੰਪੋਸੀਬਲ ਹੈ। ਹਰ ਇੱਕ ਬੰਦੇ ਨੇ ਸੁਣਿਆ DNA, ਉਹ ਆਪਾਂ ਨੂੰ ਬਣਾਉਂਦਾ। ਇਹ DNA ਬਣਾਉਣ 'ਚ ਹੈਲਪ ਕਰਦਾ ਸਭ ਤੋਂ ਪਹਿਲਾਂ। ਦੂਜੇ ਨੰਬਰ 'ਤੇ ਮੈਲੇਨਿਨ ਸ਼ੀਦਿੰਗ, ਜਿਹਦੀ ਗੱਲ ਕਰੀਏ ਕਿ ਤਾਰ ਦੇ ਉੱਪਰ ਕੋਟਿੰਗ ਹੈ, ਇੱਕ ਵਾਇਰ ਦੇ ਉੱਪਰ ਪਲਾਸਟਿਕ ਚੜ੍ਹਿਆ ਹੋਇਆ ਤਾਂ ਕਿ ਉਹ ਵਾਇਰ ਆਪਸ ਟੱਚ ਵੀ ਕਰ ਜਾਣ ਤਾਂ ਵੀ ਕੁਝ ਨਾ ਹੋਵੇ। ਇਹ ਮੈਲੇਨਿਨ ਸ਼ੀਦਿੰਗ ਬਣਾਉਣ 'ਚ ਮਦਦ ਕਰਦਾ। ਇਸੇ ਕਰਕੇ ਫਾਈਬਰੋਮੈਲਜੀਆ ਹੋ ਜਾਂਦਾ ਲੋਕਾਂ ਨੂੰ, B ਦੀ ਡੈਫੀਸ਼ੀਐਂਸੀ ਕਰਕੇ, ਕਿਉਂਕਿ ਉਹ ਸ਼ੀਦਿੰਗ, ਜੇ ਉੱਤੇ ਸ਼ੀਦਿੰਗ ਨਾ ਹੋਵੇ ਤਾਂ ਕਿੱਥੇ ਕੀ ਹੁੰਦਾ ਉਹਦੇ ਨਾਲ? ਬੰਦੇ ਨੂੰ ਸਟ੍ਰੋਕ ਪੈ ਸਕਦਾ ਜੀ, ਇੱਕਦਮ ਅਧਰੰਗ ਹੋ ਸਕਦਾ। ਦੇਖੋ ਨਾ, ਇੱਕ ਨਰਵ ਹੈ, ਇੱਕ ਤਾਰ ਨੇ ਇੱਧਰ ਨੂੰ ਰਿਐਕਸ਼ਨ ਦੇਣਾ, ਇੱਕ ਨੇ ਇੱਧਰ ਨੂੰ ਜਾਣਾ। ਉਹ ਬੰਦਾ ਕਹਿੰਦਾ ਚੱਕੀ ਤਾਂ ਲੱਤ ਸੱਜੀ ਸੀ ਕਿ ਖੱਬਾ ਬਾਂਹ ਕਿਉਂ ਚੱਕੀ ਜਾਂਦੀ ਨਾਲ? ਸਮਝੋ, ਆਪਾਂ ਕਹਿੰਦੇ ਯਾਰ ਇਹਨੂੰ ਕੀ ਹੋ ਗਿਆ? ਨਰਵਾਂ ਸ਼ਾਰਟ ਸਰਕਿਟ ਹੋ ਗਈਆਂ। ਉਹ ਸ਼ਾਰਟ ਸਰਕਿਟ ਕਿਸੇ ਪਾਸੇ ਨੂੰ ਜਾ ਸਕਦਾ, ਅਧਰੰਗ ਹੋ ਜੇ, ਪੈਰਾਲਿਸਿਸ ਹੋ ਜੇ, ਕਿਉਂਕਿ ਨਰਵ ਹੈ। ਹੁਣ ਉਹਦਾ 90% ਲੋਕਾਂ ਨੂੰ ਬਹੁਤ ਜ਼ਿਆਦਾ ਥੱਕੇ, ਸੁਸਾਈਡਲ, ਉਹਨੂੰ ਐਂ ਲੱਗਦਾ ਕਿ ਮੇਰੇ ਨਾਲ ਕੀ ਹੋ ਗਿਆ, ਕਿਉਂਕਿ ਉਹਦਾ ਡਿਪਰੈਸ਼ਨ ਨਹੀਂ ਖਤਮ ਹੁੰਦਾ ਅਤੇ ਉਹਨੂੰ ਅਸਲ 'ਚ ਲਾਈਫ 'ਚ ਪ੍ਰੋਬਲਮ ਨਹੀਂ ਹੁੰਦੀ ਬੰਦੇ ਨੂੰ, ਪੈਸੇ ਪੱਖੋਂ, ਰਿਲੇਸ਼ਨ ਪੱਖੋਂ, ਮਗਰ ਉਹਨੂੰ ਮਾਯੂਸੀਅਤ ਨਹੀਂ ਜਾਂਦੀ। ਸਾਨੂੰ ਸ਼ੱਕ ਹੁੰਦਾ ਨਾਲ ਦੀ ਨਾਲ ਕਿਹਦਾ? B1 ਅਤੇ B12 ਚੈੱਕ ਕਰੋ। ਹਾਂ, ਅਤੇ ਜਿਵੇਂ ਕਹਤਾ ਪਰੀਫਰਲ ਨੈਰੋਪੈਥੀ, ਦੂਜਾ ਫਾਈਬਰੋਮੈਲਜੀਆ, ਇਹਦੀ ਡੈਫੀਸ਼ੀਐਂਸੀ ਕਰਕੇ ਕਾਜ਼ ਹੋ ਸਕਦਾ। ਕਿਉਂਕਿ ਇਹ ਕੀ ਕਰਦਾ? ਉਹ ਬਿਮਾਰੀਆਂ ਦੇ ਕਰਕੇ ਨਹੀਂ ਹੈ, ਇਹਨੇ ਜੋ ਕਰਨਾ ਸੀ ਹੋਇਆ ਨਹੀਂ। ਨਰਵ ਦੇ ਉੱਪਰ ਜਿਹੜੀ ਕੋਟਿੰਗ ਸੀਗੀ
ਜਿਹੜੀ ਉਹਨੂੰ ਇੱਕ ਦੂਜੇ ਨੂੰ ਟੱਚ ਹੋਣ ਤੋਂ ਬਚਾਉਂਦੀ ਸੀ ਉਹ ਉਤਰ ਗਈ। ਅਤੇ ਇਹਦੇ ਕਰਕੇ ਫਿਰ ਕਿਆ ਹੁੰਦਾ, ਬੰਦੇ ਨੂੰ ਇਹੋ ਜਿਹੀ ਚੀਜ਼ਾਂ ਦੀ ਪ੍ਰੋਬਲਮ ਆ ਸਕਦੀ ਹੈ। ਠੀਕ ਹੈ ਜੀ। ਇਹਦੀ ਹਾਂ ਆਪਾਂ ਕਰਦੇ ਹਾਂ ਇਹ ਮਿਲਦਾ ਕਿੱਥੋਂ ਹੈ ਜੀ, ਇਹ ਨਾਨ ਵੈਜੀਟੇਰੀਅਨ ਫੂਡ 'ਚ ਜ਼ਿਆਦਾ, ਮਗਰ ਹੁਣ ਦੇਖੋ ਕਿਸਮਤ ਦੀ ਗੱਲ ਆਪਾਂ ਨੇ ਗੱਲ ਕਰੀ ਹੋਈ ਹੈ, ਸਾਰਕਰਾਊਟ ਦੇ ਵਿੱਚ B12 ਹੁੰਦਾ। ਹੁਣ ਅਸੀਂ ਤੁਹਾਨੂੰ ਅਗਰ ਕਿੰਨੀ ਵਾਰੀ ਕਹਿ ਦਈਏ ਫ੍ਰੀ ਦੀ ਵੀਡੀਓ ਜੀ ਦੇਖ ਲਓ, ਸਾਰਕਰਾਊਟ ਫਰਮੈਂਟਡ ਫੂਡਸ ਦੇ ਵਿੱਚ ਇੱਕ ਹੋਰ ਚੀਜ਼ ਹੁੰਦੀ ਕਿਮਚੀ, ਆਪਣੇ ਇੰਡੀਆ 'ਚ ਨਹੀਂ ਹੈ, ਇਹ ਕੋਰੀਅਨ ਆਈਟਮ ਹੈ, ਬਣ ਜਾਂਦੀ ਹੈ। ਅਗਰ ਬਣਾਉਣੀ ਸਿੱਖਣਾ ਚਾਹੁੰਦੇ ਹੋ ਬਣਾ ਵੀ ਲਵਾਂਗੇ ਵੀਡੀਓ। ਮੇਰੀ ਫੇਵਰੇਟ ਚੀਜ਼ ਨਹੀਂ ਹੈ, ਥੋੜੀ ਸਪਾਈਸੀ ਜ਼ਿਆਦਾ ਤਾਂ ਮੈਂ ਉਹ ਘੱਟ ਖਾਂਦਾ, ਮਗਰ ਕਿਮਚੀ ਹਾਂਜੀ ਕਿਮਚੀ ਨਾਮ ਬੜਾ ਅਜੀਬ ਹੈ, ਆਪਾਂ ਵੀਡੀਓ ਬਣਾਵਾਂਗੇ। ਠੀਕ ਹੈ ਜੀ, ਵੀਡੀਓ ਬਣਾਵਾਂਗੇ ਜੀ। ਅੱਛਾ ਜੀ, ਹੋਰ ਇਹ ਕਿਸ ਚੀਜ਼ ਦੇ ਵਿੱਚ ਹੈ, ਜਿਹੜਾ ਨਿਊਟ੍ਰੀਸ਼ਨਲ ਈਸਟ ਹੁੰਦਾ ਨਾ, ਜਿਹਦੇ ਬਾਰੇ ਮੈਂ ਹਮੇਸ਼ਾ ਗੱਲ ਕਰਦਾ, ਉਹ B ਕੰਪਲੈਕਸ ਹੈ ਉਹਦੇ ਵਿੱਚ। ਮਗਰ ਤੁਹਾਡੇ ਲਈ ਵੀ ਅਤੇ ਤੁਹਾਡੇ ਲਈ ਵੀ ਇੱਕ ਬੜੀ ਸੋਹਣੀ ਇਨਫੋਰਮੇਸ਼ਨ ਹੈ, ਬੋਤਲ ਦੇ ਉੱਪਰ ਲਿਖ ਦੇਣਗੇ ਫੋਰਟੀਫਾਈਡ। ਹੁਣ ਕਹਿੰਦੇ ਫੋਰਟ ਦਾ ਮਤਲਬ ਪਤਾ ਕਿਲਾ, ਹਾਂ ਕਿਲਾ, ਇਹਦਾ ਮਤਲਬ ਕੀ ਹੁੰਦਾ, ਸਟਰੋਂਗ, ਇਹਦੇ ਅੰਦਰ ਵੜਨਾ ਮੁਸ਼ਕਲ ਹੈ। ਫੋਰਟੀਫਾਈਡ ਦਾ ਮਤਲਬ ਹੈ ਕਿਸੇ ਚੀਜ਼ ਨੂੰ ਸਟਰੋਂਗ ਕਰਿਆ ਹੋਇਆ, ਮਗਰ ਆਰਟੀਫਿਸ਼ਲ ਵਿਟਾਮਿਨ ਪਾ ਕੇ। ਅਗਰ ਇਹਦੇ ਉੱਪਰ ਨਿਊਟ੍ਰੀਸ਼ਨਲ ਈਸਟ ਦੇ ਉੱਪਰ ਫੋਰਟੀਫਾਈਡ ਲਿਖਿਆ ਉਹ ਨਹੀਂ ਲੈਣਾ, ਆਪਾਂ ਨੂੰ ਨਾਨ ਫੋਰਟੀਫਾਈਡ ਚਾਹੀਦਾ। ਨੈਚੁਰਲ ਹਾਊਸ 'ਚ ਥੋੜ੍ਹਾ ਜਿਹਾ ਹੈਗਾ, ਮਗਰ ਤਾਂ ਇਹ ਚੀਜ਼ਾਂ 'ਚ ਇਹ ਮਿਲਦਾ। ਅਫਕੋਰਸ ਇਹ ਨਾਨ ਵੈਜ ਉਹ ਵੀ ਸੀ ਫੂਡ 'ਚ ਬਹੁਤ ਹੁੰਦਾ, ਮਗਰ ਤੁਹਾਡੇ ਜ਼ਿਆਦਾਤਰ ਲੋਕ ਇਹ ਚੀਜ਼ਾਂ ਵੱਲ ਘੱਟ ਨੇ। ਮੈਨੂੰ ਫਰਕ ਨਹੀਂ ਹੈਗਾ, ਤੁਸੀਂ ਖਾਂਦੇ ਹੋ ਐਗ ਯੋਕ ਦੇ ਵਿੱਚ, ਮਗਰ ਆਰਗੈਨਿਕ ਐਗ ਯੋਕ ਦੇ ਵਿੱਚ, ਉਹ ਵੀ ਜਿਹੜਾ ਕੁਕੜੀ ਆਪ ਚੁਗਦੀ ਹੈ ਉਹਦੇ 'ਚ, ਉਹ ਨਹੀਂ ਜਿਹਨੂੰ ਕੇਜ 'ਚ ਬੰਦ ਕਰਕੇ ਕਹਿੰਦੇ ਆਰਗੈਨਿਕ ਫੂਡ ਪਾਤਾ ਨਾ, ਕਿਉਂਕਿ ਉਹ ਵਰਮ ਖਾਂਦੀ ਹੈ। ਹੁਣ ਹਾਸੇ ਦੀ ਗੱਲ ਹੈ, B12 ਸਭ ਤੋਂ ਜ਼ਿਆਦਾ ਕੀੜਿਆਂ 'ਚ ਹੁੰਦਾ, ਸਭ ਤੋਂ ਜ਼ਿਆਦਾ ਦੁਨੀਆ 'ਚ, ਮਗਰ ਕੀੜੇ ਕੌਣ ਖਾਂਦਾ, ਕੋਈ ਵੀ ਨਹੀਂ, ਚਾਈਨੀਜ਼ ਲੋਕ ਖਾ ਲੈਂਦੇ ਆ। ਮਗਰ ਆਪਾਂ ਆਰਗੈਨਿਕ ਨੈਚੁਰਲ ਸੋਰਸ ਲੱਭੇ ਹੋਏ ਨੇ। ਤਾਂ ਪੱਤਾ ਗੋਭੀ ਦੀ ਤੁਹਾਨੂੰ ਫਰਮੈਂਟਡ ਸਾਰਕਰਾਊਟ, ਜਿਹਨੂੰ ਖਮੀਰੀ ਗੋਭੀ ਤੁਸੀਂ ਕਹਿੰਦੇ ਹੋ, ਬਣਾਉਣੀ ਸਿਖਾਈ ਹੋਈ ਹੈ। ਨਿਊਟ੍ਰੀਸ਼ਨਲ ਈਸਟ ਮੈਂ ਬਹੁਤ ਰਿਕਮੈਂਡ ਕਰਦਾ, ਉਸ 'ਚ ਹੈਗਾ, ਤਾਂ ਇਹ ਚੀਜ਼ਾਂ 'ਚ ਹੈਗਾ। ਠੀਕ ਹੈ ਜੀ। ਹੁਣ ਇਹਦੇ 2 ਵਰਜਨ ਆਉਂਦੇ ਆ। ਕਈ ਲੋਕਾਂ ਨੂੰ ਡਾਕਟਰ ਕਹਿੰਦਾ ਕਿ ਤੁਸੀਂ B12 ਲਓ, ਗੱਲ ਕਹਿੰਦੇ ਬੇ ਡੁੱਲ ਗਏ। ਇਹਦਾ ਇੱਕ ਵਰਜਨ ਹੈ ਨੈਚੁਰਲ, ਇੱਕ ਹੈ ਸਿੰਥੈਟਿਕ ਦਾ ਨਾਮ ਮੈਂ ਦੱਸਣਾ ਵੀ ਨਹੀਂ ਚਾਹੁੰਦਾ। ਇਹ ਹਮੇਸ਼ਾ ਨੈਚੁਰਲ ਲੈਣਾ। ਉਹ ਨੈਚੁਰਲ METHY ਤੋਂ ਸ਼ੁਰੂ ਹੋਏਗਾ, ਦੂਜਾ CON ਤੋਂ ਸ਼ੁਰੂ ਹੁੰਦਾ। ਪੂਰਾ ਨਾਮ ਅਗਰ ਮੈਂ ਸਪੈਲਿੰਗ ਹੀ ਬੋਲ ਦਿੰਦਾ, ਨਾਮ ਬੜਾ ਕੰਪਲੀਕੇਟ ਹੈ। ਇਹਦਾ ਜਿਹੜਾ ਨੈਚੁਰਲ ਵਰਜਨ ਹੈ ਉਹ ਹੈਗਾ METHY COBALANMIN। ਇਹ ਇਹਦੇ ਸਪੈਲਿੰਗ ਨੇ, ਮਗਰ ਇੰਨੀ ਟੈਨਸ਼ਨ ਨਹੀਂ ਹੈ। ਜਿਹੜਾ C ਤੋਂ ਸ਼ੁਰੂ ਹੋਣ ਵਾਲਾ ਉਹ ਨਹੀਂ ਲੈਣਾ, M ਤੋਂ ਸ਼ੁਰੂ ਹੋਣ ਵਾਲਾ B12 ਅਗਰ ਤੁਹਾਨੂੰ ਲੋੜ ਪੈ ਗਈ ਉਸ ਪੁਆਇੰਟ ਤੱਕ ਜਾਣ ਦੀ ਤਾਂ ਉਹ ਲੈਣਾ। ਠੀਕ ਹੈ ਜੀ। ਹੁਣ ਇਹਦੀ ਡੈਫੀਸ਼ੀਐਂਸੀ ਹੁੰਦੀ ਕਿਉਂ ਹੈ? ਇਹ ਖਾਣੇ 'ਚ ਹੈਗਾ, ਆਪਣੇ ਖਾਣੇ 'ਚ ਥੋੜ੍ਹਾ ਬਹੁਤ B12 ਹੁੰਦਾ ਹੈ। ਕਿਹੜੇ ਖਾਣੇ 'ਚ? ਜਿਵੇਂ ਗੱਲ ਅਸੀਂ ਹਰ ਇੱਕ ਫੂਡ 'ਚ ਮਾੜਾ ਜਿਹਾ ਹੁੰਦਾ, ਜਿੰਨਾ ਆਪਾਂ ਨੂੰ ਚਾਹੀਦਾ ਉਹਨਾਂ ਨਹੀਂ, ਮਗਰ ਆਪਾਂ ਅਗਰ ਸਮਝੋ ਤੁਸੀਂ ਵਧੀਆ ਸਲਾਦ ਸਬਜ਼ੀ ਖਾ ਰਹੇ ਹੋ, ਇਹ ਹੈਗਾ। ਇਹ ਫਿਰ ਕਿਸੇ ਨੂੰ ਡੈਫੀਸ਼ੀਐਂਸੀ ਹੈ, ਕਿਸੇ ਨੂੰ ਨਹੀਂ ਹੈ। ਹੁਣ ਇਹ ਤਾਂ ਦੇਖੋ ਨਾ, ਹੁਣ ਮੈਨੂੰ ਤੁਹਾਨੂੰ ਨਹੀਂ ਹੈਗੀ, XYZ ਨੂੰ ਹੈਗੀ ਹੈ। ਇਹ ਕੀ ਗੱਲ ਭਈ ਉਹ ਵੀ ਖਾਣਾ ਹੈ ਜਾਂ ਖਾ ਰਹੇ ਆਪਾਂ ਵੀ। ਇਹਨੂੰ ਐਬਜ਼ੋਰਬ ਕਰਨ ਲਈ ਬੋਡੀ 'ਚ ਇੱਕ ਚੀਜ਼ ਹੋਣੀ ਚਾਹੀਦੀ ਹੈ ਜਿਸ ਤੋਂ ਬਿਨਾਂ ਐਬਜ਼ੋਰਬ ਨਹੀਂ ਹੁੰਦਾ। ਉਹ ਹਰ ਵਾਰੀ ਗੱਲ ਕਰਦਾ ਮੈਂ, ਉਹ ਬੜਾ ਮੇਰਾ ਫੇਵਰੇਟ ਸਬਜੈਕਟ ਹੈ, ਉਹ ਹੈ ਸਟਮਕ ਐਸਿਡ। ਸਾਰੀ ਦੁਨੀਆ ਸਟਮਕ 'ਚ ਐਸਿਡ ਘਟਾਉਣ ਨੂੰ ਫਿਰਦੀ ਹੈ, ਮੈਂ ਸਟਮਕ ਐਸਿਡ ਵਧਾਉਣ ਨੂੰ ਫਿਰਦਾ, ਕਿਉਂਕਿ ਸਾਨੂੰ ਨੌਲੇਜ ਹੈ ਕਿ ਸਟਮਕ 'ਚ ਐਸਿਡ ਕਦੇ ਵੱਧ ਸਕਦਾ ਹੀ ਨਹੀਂ, ਘੱਟ ਜ਼ਰੂਰ ਸਕਦਾ। ਹੁਣ ਤੁਸੀਂ ਨੋਟਿਸ ਕਰਨਾ 50 ਤੋਂ 60 ਸਾਲ ਦੀ ਉਮਰ 'ਚ ਪਹਿਲੀ ਵਾਰੀ B12 ਡੈਫੀਸ਼ੀਐਂਸੀ ਆਉਣੀ ਸ਼ੁਰੂ ਹੁੰਦੀ ਹੈ ਇੱਕ ਨਾਰਮਲ ਬੰਦੇ ਨੂੰ ਜਿਹੜਾ ਤੰਦਰੁਸਤ ਹੈ। 50 ਤੋਂ 60 ਸਾਲ ਦੀ ਉਮਰ ਦੇ ਵਿੱਚ B12 ਦੀ ਘਾਟ ਆਉਣੀ ਸ਼ੁਰੂ ਹੁੰਦੀ ਹੈ ਪਹਿਲੀ ਵਾਰੀ। ਜਿਹੜੇ ਆਮ ਲੋਕਾਂ 'ਚ 20% ਲੋਕਾਂ ਨੂੰ ਪਹਿਲੀ ਵਾਰੀ B12 ਦੀ ਡੈਫੀਸ਼ੀਐਂਸੀ 50 ਤੋਂ ਬਾਅਦ ਸ਼ੁਰੂ ਹੁੰਦੀ ਹੈ, ਜ਼ਿਆਦਾਤਰ 60 ਤੇ ਡਾਟ ਜੋੜੀਦੇ ਹੈ ਨਾ, 1+1 11 ਨਹੀਂ, 1+1 2 ਕਿਉਂ ਨਹੀਂ ਆਇਆ ਆਨਸਰ। ਉਸ ਵਕਤ ਤੁਹਾਡੀ ਸਟਮਕ ਦਾ ਐਸਿਡ 50% ਘੱਟ ਜਾਂਦਾ ਹੈ। ਜਿੰਨਾ ਬੰਦਾ ਬੁੱਢਾ ਹੋ ਜਾਂਦਾ ਜਾਂ ਜਿੰਨਾ ਉਹਨੂੰ ਸਟ੍ਰੈਸ ਹੁੰਦਾ ਉਹਦਾ ਸਟਮਕ ਦਾ ਐਸਿਡ ਉਨਾ ਐਲਕਲਾਈਨ ਹੋ ਜਾਂਦਾ। ਐਲਕਲਾਈਨ ਮਤਲਬ ਹੁੰਦਾ ਐਸਿਡ ਤੋਂ ਪੁੱਠਾ, ਇਹ ਪੁੱਠੀ pH ਹੁੰਦੀ ਹੈ। ਇੱਕ ਦਾ ਮਤਲਬ ਬਹੁਤ ਸਟਰੋਂਗ ਐਸਿਡ 9-7 ਤੋਂ ਉੱਪਰ ਜਾਣਾ ਸ਼ੁਰੂ ਹੋ ਗਿਆ, ਉਹ ਬਿਲਕੁਲ ਐਲਕਲਾਈਨ, ਪਾਣੀ ਨੂੰ ਜਿਵੇਂ ਆਪਾਂ ਕਹਿੰਦੇ 7 ਤੋਂ ਉੱਪਰ ਹੈ ਨਾ। ਤਾਂ ਜਿੰਨਾ ਐਸਿਡ ਘੱਟ ਜੂਗਾ ਉਨੀ B12 ਐਬਜ਼ੋਰਪਸ਼ਨ ਘੱਟ ਜਾਏਗੀ। ਬੜਾ ਇੰਟਰਸਟਿੰਗ ਜੀ ਚੀਜ਼ ਹੈ ਜੀ। ਤੁਸੀਂ ਬੰਦੇ ਨੂੰ B12 ਨਹੀਂ ਦੇਣਾ, ਉਹਦੇ ਸਟਮਕ ਦਾ ਐਸਿਡ ਠੀਕ ਕਰ ਦਿਓ, ਉਹਨੂੰ ਫਿਊਚਰ 'ਚ ਆਹ ਜਿਹੜੀ ਪ੍ਰੋਬਲਮ ਇੰਨੀਆਂ ਗਨਾਈਆਂ ਨੇ ਇਹ ਪ੍ਰੋਬਲਮਾਂ ਹੀ ਨਹੀਂ ਆਉਂਦੀਆਂ। ਸਟਮਕ ਐਸਿਡ ਕੀ ਹੈ? ਆਪਣੇ ਸਟਮਕ 'ਚ ਇੱਕ ਐਸਿਡ ਹੈ ਹਾਈਡਰੋਕਲੋਰਿਕ ਐਸਿਡ, ਉਹਦਾ ਇੱਕ ਪਰਪਸ ਹੈ। ਹੁਣ ਆਪਾਂ ਉੱਥੇ ਹੀ ਜਾਂਦੇ ਹਾਂ, ਉਹ ਕਰਦਾ ਕੀ ਹੈ? ਹੁਣ ਆਪਣੇ ਖਾਣੇ 'ਚ ਕੁਛ ਬੈਕਟੀਰੀਆ ਨੇ, ਕੁਛ ਪੈਥੋਜਨ ਹੈ। ਪੈਥੋਜਨ ਉਹ ਚੀਜ਼ ਜਿਹੜੀ ਅੰਦਰ ਬੋਡੀ ਨੂੰ ਮਾਰਨ ਦੀ ਲੋੜ ਹੈ, ਬੈਕਟੀਰੀਆ ਇਹੀ ਚੀਜ਼ ਜਿਹੜਾ ਅੱਗੇ ਭੇਜਣਾ। ਜਦੋਂ ਤੁਹਾਡੇ ਸਟਮਕ 'ਚ ਐਸਿਡ ਨਹੀਂ ਹੈ, ਦੋਨੋਂ ਲੰਘ ਜਾਂਦੇ ਆ, ਦੋਨੋਂ ਲੰਘ ਗਏ। ਕਈ ਲੋਕ ਇਹੋ ਜਿਹੇ ਨੇ ਜੋ ਮਰਜ਼ੀ ਖਵਾ ਦਿਓ, 3 ਦਿਨ ਵਿਆਹ ਖਵਾ ਦਿਓ। ਕਈ ਇਹੋ ਜਿਹੇ ਨੇ ਕਿ ਘੰਟੇ ਪੁਰਾਣਾ ਫੂਡ ਖਵਾ ਦਿਓ ਤਾਂ ਵੀ ਪੰਗਾ। ਕਿਉਂ? ਸਟਮਕ ਇੱਕ ਤਰ੍ਹਾਂ ਦਾ ਉਹ ਇਮੀਗ੍ਰੇਸ਼ਨ ਸਿਸਟਮ ਹੈ।
ਜਿਹਨੂੰ ਆਪਾਂ ਕਈ ਵਾਰੀ ਪਹਿਲਾਂ ਬੰਦੇ ਨੂੰ ਕਈਆਂ ਨੂੰ ਕਹਿ ਦਿੰਦਾ ਵੀ ਇਹ ਲੱਕੜ ਪਾਥੀ ਜੋ ਖਾ ਜਾਓ ਉਹ ਹਜਮ ਹੋ ਜਾਂਦਾ, ਤੇ ਕਿਸੇ ਨੂੰ ਜਿਹੜਾ ਉਹ ਨਰਮ ਚੀਜ਼ ਵੀ ਹਜਮ। ਹਾਂਜੀ, ਹੁਣ ਇਹ ਸਟਮਕ ਹੈ, ਇਹ ਸਟਮਕ ਦਾ ਕੰਮ ਕੀ ਹੈ, ਇਹ ਪੁਲਸ ਦਾ ਸਿਸਟਮ ਹੈ ਜੀ। ਇਹ ਨਾਕਾ ਲੱਗਿਆ ਹੋਇਆ ਕਿ ਗਲਤ ਬੰਦਾ ਅੱਗੇ ਨਹੀਂ ਜਾਣਾ ਚਾਹੀਦਾ, ਸਹੀ ਬੰਦੇ ਨੂੰ ਰੋਕਣਾ ਨਹੀਂ। ਇਹਨੇ ਸਭ ਕੁਝ ਲੱਭਿਆ ਹੋਇਆ, ਮਗਰ ਉਹ ਪੁਲਿਸ ਨੂੰ ਸਪੋਰਟ ਚਾਹੀਦੀ, ਇੱਕ ਇੰਟੈਲੀਜੈਂਸ। ਹਾਂ, ਸਕੈਨਰ ਇੰਟੈਲੀਜੈਂਸ ਉਹ ਹੈ ਨਹੀਂ। ਇਹ ਆਪਣੀ ਸਟਮਕ 'ਚ ਉਹ ਪੁਲਿਸ ਕੌਣ ਹੈ ਜੀ, ਅਤੇ ਉਹਦੀ ਇੰਟੈਲੀਜੈਂਸ ਕਿਆ ਹੈ? ਐਸਿਡ, ਸਟਮਕ ਐਸਿਡ। ਅਤੇ ਉਹ ਐਸਿਡ ਦਾ ਨਾਮ ਹੈ ਹਾਈਡਰੋਕਲੋਰਿਕ ਐਸਿਡ, ਜਿਹੜਾ ਆਪਾਂ ਪੜ੍ਹਿਆ ਹੋਇਆ ਬਿਲਕੁਲ HCl, ਮਗਰ ਇਹ ਨੈਚੁਰਲ ਹੈ ਅਤੇ ਇਹ ਬਣਾਉਣ ਦੀ ਕਪੈਸਿਟੀ ਹੋਣੀ ਚਾਹੀਦੀ ਹੈ। ਤਾਂ ਹੀ ਜਦ ਵੀ ਗੱਲ ਕਰਦਾ ਮੈਂ ਐਪਲ ਸਾਈਡਰ ਵਿਨੇਗਰ ਦੀ, ਤੁਸੀਂ ਹਰ ਵਾਰ ਮੈਨੂੰ ਟੋਕ ਦਿੰਦੇ ਹੋ, ਮੈਂ ਸਮਝਦਾ, ਮਗਰ ਉਹ ਪੀਂਦੇ ਸਰ ਬੰਦੇ 90% ਕਹਿੰਦੇ ਰਵਿੰਦਰ ਗਰਡ, ਹਾਰਟ ਬਰਨ ਜਿਹਨੂੰ ਕਹਿੰਦੇ GERD ਬੰਦ ਹੋ ਗਿਆ, ਗੈਸ ਬੰਦ ਹੋ ਗਈ, ਡਾਈਜੈਸ਼ਨ ਸੋਹਣੀ ਹੋ ਗਈ, ਹੈ ਨਾ। ਤਾਂ ਸਟਮਕ ਐਸਿਡ ਜੇ ਨਹੀਂ ਹੈ, ਤੁਸੀਂ B12 ਭੁੱਲੇ ਜਾਓ, ਜਿੰਨਾ ਮਰਜ਼ੀ ਲੈ ਲਓ। ਅਤੇ ਸਟਮਕ ਐਸਿਡ ਜੇ ਨਹੀਂ ਹੈ, ਹੋਰ ਸੁਣੋ ਕਿਆ ਕਿਆ ਹੋਏਗਾ ਤੁਹਾਡੇ ਨਾਲ, ਤੁਹਾਨੂੰ SIBO ਹੋ ਜਾਏਗੀ, ਸਮਾਲ ਇੰਟੈਸਟਾਈਨਲ ਬੈਕਟੀਰੀਅਲ ਓਵਰਗਰੋਥ। ਆਪਣੇ ਸਟਮਕ ਦੇ ਦੋ ਹਿੱਸੇ ਨੇ ਆਂਤੜਾਂ ਦੇ, ਵੱਡੀ ਅਤੇ ਛੋਟੀ। ਜਿਹੜੀ ਸਮਾਲ ਇੰਟੈਸਟਾਈਨ ਹੈ ਨਾ, ਉਹਦੇ 'ਚ ਬੈਕਟੀਰੀਆ ਨਹੀਂ ਹੋਣਾ ਚਾਹੀਦਾ, ਵੱਡੀ 'ਚ ਹੋਣਾ ਚਾਹੀਦਾ। ਇੱਕ ਜਗ੍ਹਾ ਇਹੋ ਜਿਹੀ ਆਉਂਦੀ ਜਿੱਥੇ ਸਮਾਲ ਇੰਟੈਸਟਾਈਨ 'ਚ ਬੈਕਟੀਰੀਆ ਓਵਰਗਰੋਥ ਹੋ ਜਾਂਦੀ ਹੈ, SIBO। ਬੜੀ ਗੰਦੀ ਕੰਡੀਸ਼ਨ ਹੈ ਜੀ, ਦਰਦ ਹੁੰਦਾ, ਅਜੀਬ ਜਿਹਾ ਕੰਮ ਹੈ। ਜਿਵੇਂ ਲੀਕੀ ਗੈਟਿਕ ਕੰਡੀਸ਼ਨ ਹੈ ਨਾ, ਉਵੇਂ ਇਹ ਵੀ ਇੰਟੈਸਟਾਈਨ ਦੀ ਕੰਡੀਸ਼ਨ ਹੈ, ਇਹ ਹੋ ਜਾਂਦੀ ਹੈ। ਇਹ ਅਗਰ ਇਹਦੀ ਤੁਹਾਡੇ ਸਟਮਕ ਐਸਿਡ ਨਾ ਹੋਵੇ, ਤੁਹਾਡੀ B12 ਡੈਫੀਸ਼ੀਐਂਸੀ, ਤੁਹਾਡੇ ਮਿਨਰਲਸ, ਕੈਲਸ਼ੀਅਮ, ਮੈਗਨੀਸ਼ੀਅਮ ਜਿਹਦੇ ਨਾਲ ਨੀਂਦ ਆਉਂਦੀ ਹੈ, ਕੈਲਸ਼ੀਅਮ ਜਿਹਦੇ ਨਾਲ ਨਾੜਾਂ ਨੂੰ ਚੜ੍ਹਦੀਆਂ, ਪੋਟੈਸੀਅਮ, ਇਹ ਅਬਜ਼ੌਰਬ ਨਹੀਂ ਹੁੰਦੇ। ਜੇ ਤੁਹਾਡੇ ਕੋਲ ਇਹ ਨਹੀਂ ਹੈ, ਟਰੇਸ ਮਿਨਰਲਸ, ਕੁਛ ਇਹੋ ਜਿਹੇ ਮਿਨਰਲਸ ਨੇ ਜਿਹੜੇ ਤੁਹਾਨੂੰ ਐਕਟਿਵ ਰੱਖਦੇ ਨੇ ਬਹੁਤ। ਉਹਨੂੰ ਟਰੇਸ ਕਿਉਂ ਕਹਿੰਦਾ? ਉਹ ਬੂੰਦਾਂ ਤੋਂ ਵੀ ਘੱਟ ਚਾਹੀਦੇ ਹੁੰਦੇ ਨੇ, ਉਹ ਸੈੱਲ ਦੇ ਵਿੱਚ ਕਹਿੰਦੇ ਨੇ। ਤੁਹਾਡੀ ਟਰੇਸ ਮਿਨਰਲਸ ਅਬਜ਼ੌਰਬ ਨਹੀਂ ਹੁੰਦੇ। ਹੁਣ ਤੁਹਾਡੇ ਜਿੰਮ ਵਾਲਿਆਂ ਦਾ ਫੇਵਰੇਟ ਸਬਜੈਕਟ ਪ੍ਰੋਟੀਨ ਲੱਗਣਾ ਖਤਮ। ਜੇ ਤੁਹਾਡੇ ਸਟਮਕ 'ਚ ਐਸਿਡ ਨਹੀਂ ਹੈ, ਤੁਸੀਂ ਪ੍ਰੋਟੀਨ ਖਾਓਗੇ, ਉਹ ਟੁੱਟੂਗਾ ਨਹੀਂ। ਜੇ ਉਹ ਟੁੱਟੂਗਾ ਨਹੀਂ, ਉਹ ਉਰੇ ਜਾ ਕੇ ਫਸ ਜੂਗਾ ਜਾਂ ਤੁਹਾਨੂੰ ਤੰਗ ਕਰੂਗਾ ਅਤੇ ਮਸਲ ਨਹੀਂ ਬਣਦਾ। ਸਟਮਕ 'ਚ ਐਸਿਡ ਨਹੀਂ ਹੈ, ਮਸਲ ਨਹੀਂ ਜ਼ਿਆਦਾ ਮਾਰਨਾ, ਸਟਮਕ ਦਾ ਐਸਿਡ ਠੀਕ ਕਰ ਦੇਣਾ, ਪ੍ਰੋਟੀਨ ਲੱਗਣ ਲੱਗ ਜਾਂਦਾ। ਸਭ ਤੋਂ ਬੜੀ ਪ੍ਰੋਬਲਮ ਹੈ ਇਹ ਕਿ ਜਿਹੜੇ ਬੰਦੇ ਨੂੰ ਮਸਲ ਨਹੀਂ ਬਣਦਾ। ਹੋਰ ਅਗਰ ਤੁਹਾਡਾ ਪੈਥੋਜਨ ਨਹੀਂ ਮਰੂਗਾ, ਤੁਹਾਡੇ ਇਨਫੈਕਸ਼ਨਾਂ ਹੁੰਦੀਆਂ ਰਹਿਣਗੀਆਂ। ਪੈਥੋਜਨ ਕੀ ਨੇ? ਇਹ ਉਹ ਚੀਜ਼ਾਂ ਨੇ, ਮੋਟੀ ਮੋਟੀ ਗੱਲ ਹੈ, ਜਿਹੜੀਆਂ ਅੰਦਰ ਜਾਣੀਆਂ ਨਹੀਂ ਚਾਹੀਦੀਆਂ ਸੀ, ਮਗਰ ਉਹ ਫੂਡ ਦੇ ਵਿੱਚ ਹੈਗੇ ਨੇ। ਉਹ ਮਰੇ ਨਹੀਂ ਤਾਂ ਅੱਗੇ ਲੰਘੇ, ਸਾਰੀ ਦਿੱਕਤ। ਔਰ 12 ਫੁੱਟ 'ਚ ਪ੍ਰੋਬਲਮ ਆ ਜਾਣੀ ਹੈ। ਤਾਂ ਜੇ ਸਟਮਕ 'ਚ ਐਸਿਡ ਨਹੀਂ ਹੈ ਤਾਂ ਇਹ ਹੈ। ਜੇ ਸਟਮਕ 'ਚ ਐਸਿਡ ਨਹੀਂ ਹੈ ਤਾਂ ਇਹ ਹੈ। ਬੜਾ ਲੰਬਾ ਚੌੜਾ ਕਾਗਜ਼ ਇਸ ਵਾਰ ਵੀ ਤੁਸੀਂ ਲਿਖਿਆ ਹੋਇਆ। ਅਤੇ ਹੁਣ ਇਹ ਦੱਸੋ ਕਿ ਤੁਸੀਂ ਐਪਲ ਸਾਈਡਰ ਵਿਨੇਗਰ ਦੀ ਗੱਲ ਕਰਦੇ ਹੋ ਹਰ ਵਾਰ, ਮੈਂ ਤੁਹਾਨੂੰ ਫਿਰ ਇਸ ਵਾਰੀ ਕਹਿ ਰਿਹਾ। ਅਤੇ ਐਪਲ ਸਾਈਡਰ ਵਿਨੇਗਰ ਜਿਹੜਾ ਉਹ ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਸਮੱਸਿਆ ਦੱਸ ਰਹੇ ਹੋ ਵੀ ਸਰੀਰ ਦੇ ਵਿੱਚ, ਪੇਟ ਦੇ ਵਿੱਚ ਤੇਜ਼ਾਬ ਜਿਹੜਾ HCl ਜਿਹੜਾ ਉਹ ਵਰਨਾ ਘਟ ਜਾਂਦਾ, ਅਤੇ ਉਹ ਸਮੱਸਿਆ ਮੈਨੂੰ ਲੱਗਦਾ ਹਿੰਦੁਸਤਾਨੀਆਂ 'ਚ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਅਤੇ ਜਿੰਨੀ ਜ਼ਿਆਦਾ ਵੱਧ ਚੁੱਕੀ ਹੈ, ਉਨੀ ਹੀ ਜ਼ਿਆਦਾ ਐਪਲ ਸਾਈਡਰ ਵਿਨੇਗਰ ਦੀ ਡਿਮਾਂਡ ਵੀ ਵਧੇਗੀ। ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਅਸਲੀ ਚੀਜ਼ ਮਿਲੇਗੀ ਕਿਸੇ ਨੂੰ। ਤਾਂ ਹੀ ਆਪਣਾ ਇੰਡੀਆ ਨਾ ਬਹੁਤ ਅਜੀਬ ਜਿਹਾ ਕੰਟਰੀ ਹੈ। ਉੱਥੇ ਜਿਹੜੀ ਚੀਜ਼ ਦੀ ਡਿਮਾਂਡ ਵੱਧ ਜਾਂਦੀ ਹੈ ਨਾ, ਉਹਦੀ ਬਲੈਕ ਮਾਰਕੀਟ ਤਾਂ ਅਲੱਗ ਗੱਲ ਹੈ, ਉਹਦਾ ਤੋੜ ਇਹੋ ਜਿਹਾ ਕੱਢ ਕੇ ਲਿਆਉਂਦੇ ਆ ਕਿ ਬੰਦਾ ਓਰੀਜਨਲ ਚੀਜ਼ ਨੂੰ ਨਕਲੀ ਕਹਿਣ ਲੱਗ ਜਾਂਦਾ। ਨਕਲੀ ਚੀਜ਼ ਕਹਿੰਦਾ ਇਹ ਇੱਕ ਨੰਬਰ ਹੈ। ਇਹ ਸੱਚੀ ਗੱਲ ਹੈ, ਇੰਡੀਆ ਦੇ ਬਾਰੇ ਮੈਂ ਦੇਖਿਆ ਹੋਇਆ। ਬਾਹਰ ਕੀ ਹੁੰਦਾ, ਜਦੋਂ ਕੋਈ ਚੀਜ਼ ਮਸ਼ਹੂਰ ਹੋ ਜਾਂਦੀ ਨਾ, ਉਹਦੀ ਕੁਆਲਿਟੀ 'ਤੇ ਕੰਮ ਕਰਨ ਲੱਗ ਜਾਂਦੇ ਆ ਕਿ ਇਹ ਆਪਾਂ ਨੇ ਹੋਰ ਵਧੀਆ ਦੇਣਾ। ਉਰੇ ਕਹਿੰਦੇ ਲੈ ਕਾਸਟਿੰਗ ਕਿਵੇਂ ਕੱਟੀ ਜਾਵੇ, ਇਹਦੇ 'ਚ ਕੀ ਪਾਇਆ ਜਾ ਸਕਦਾ ਹੈ ਨਾ। ਮੈਂ ਨਾਮ ਨਹੀਂ ਲੈਂਦਾ ਚੀਜ਼ਾਂ ਦੇ, ਮਗਰ ਇਹ ਆਪਣੀ ਕੰਟਰੀ ਦੀ ਮਸ਼ਹੂਰੀ ਹੈ ਇਹ। ਹੁਣ ਤੁਸੀਂ ਮੈਨੂੰ ਹਰ ਵਾਰੀ ਤਾਂ ਹੀ ਟੋਕਦੇ ਹੋ ਕਿ ਐਪਲ ਸਾਈਡਰ ਰਵਿੰਦਰ ਤੂੰ ਇੰਨਾ ਕਹਿ ਦਿੰਦਾ, ਓਰੀਜਨਲ ਤਾਂ ਮਿਲਦਾ ਨਹੀਂ। ਅਸੀਂ ਹੰਬੇ ਹੋਏ ਜੀ ਕੋਸ਼ਿਸ਼ ਦੇ ਨਾਲ ਕਿ ਐਪਲ ਸਾਈਡਰ ਆਪ ਅਰੇਂਜ ਕਰ ਲਈਏ। ਸਾਨੂੰ ਡਿਫੀਕਲਟੀ ਆ ਰਹੀ ਹੈ, ਉਹਦੀ ਨਾ ਟਰਾਂਸਪੋਰਟੇਸ਼ਨ ਮਹਿੰਗੀ ਪੈ ਰਹੀ ਹੈ, ਦਾੜੀ ਨਾਲੋਂ ਮੁੱਛਾਂ ਭਾਰੀ ਪੈ ਰਹੀਆਂ। ਮੈਂ ਕਿਹਾ ਫਿਰ ਆਪਾਂ ਨੂੰ ਫਾਇਦਾ ਕੀ ਹੋਇਆ ਮੇਰੀ ਟੀਮ ਨੂੰ। ਮੈਂ ਕਿਹਾ ਅਗਰ ਆਪਾਂ ਉਹੀ ਰੇਟ 'ਤੇ ਐਪਲ ਸਾਈਡਰ ਦਿੱਤਾ, ਫਿਰ ਤਾਂ ਬੰਦਾ ਉੱਥੇ ਖਰੀਦ ਲੇਗਾ, ਸਾਡੇ ਨੂੰ ਪਹੁੰਚਣ ਨੂੰ ਟਾਈਮ ਲੱਗ ਰਿਹਾ। ਫਿਰ ਅਸੀਂ ਮੈਨੂੰ ਹਮੇਸ਼ਾ ਸੋਲਿਊਸ਼ਨ 'ਚ ਨਾ ਕਹਿੰਦੇ, ਇੱਕ ਕਦੇ ਵੀ ਜੇ ਤੁਹਾਡੇ ਕੋਲ 10 ਰੁਪਏ ਦੀ ਲੋੜ ਹੈ, ਤੁਸੀਂ 10 ਕਮਾ ਰਹੇ ਹੋ, ਤੁਸੀਂ ਬੇਵਕੂਫ ਹੋ। ਅਗਰ ਤੁਹਾਨੂੰ 10 ਰੁਪਏ ਦੀ ਲੋੜ ਹੈ, ਤੁਹਾਨੂੰ 20 ਰੁਪਏ ਕਮਾਣੇ ਹੈ। ਇਹ ਐਜ਼ ਅ ਫਾਈਨੈਂਸ਼ੀਅਲ ਕੋਚ ਮੇਰਾ ਤਰੀਕਾ ਹੈ। ਹੁਣ ਅਗਰ ਤੁਹਾਡੇ ਕੋਲ ਇੱਕ ਚੀਜ਼ ਦੀ ਇੱਕੋ ਹੈਂਡਲਿੰਗ ਹੈ, ਉਹ ਗਲਤ ਹੈ। ਹੁਣ ਮੈਂ ਕਈ ਵਾਰੀ ਗੱਲ ਕਰੀਏ, ਸ਼ਾਇਦ ਤੁਹਾਡੇ ਨਾਲ ਕਰੀ ਨਹੀਂ, ਇੱਕ ਚੀਜ਼ ਆਉਂਦੀ ਹੈ ਬੀਟੇਨ ਹਾਈਡਰੋਕਲੋਰਾਈਡ। ਬੀਟੇਨ ਦਾ ਮਤਲਬ ਤਾਂ ਹੋਗਾ ਬੀਟ, ਯਾਨੀ ਕਿ ਉਹ ਚੁਕੰਦਰ। ਇਹ ਬੀਟੇਨ ਹਾਈਡਰੋਕਲੋਰਾਈਡ ਇਹ ਚੁਕੰਦਰ ਤੋਂ ਬਣਦਾ। ਇਹ 4 ਚੀਜ਼ਾਂ 'ਚ ਮਿਲਦਾ। ਇਹ ਇੱਕ ਨੈਚੁਰਲੀ ਅਕਰਿੰਗ ਅਮੀਨੋ ਐਸਿਡ ਹੈ। ਅਮੀਨੋ ਐਸਿਡ ਨੇ ਪ੍ਰੋਟੀਨ ਦੇ ਨਾਲ ਲੈਣਾ ਦੇਣਾ ਹੁੰਦਾ। ਇਹ ਪਹਿਲੀ ਚੀਜ਼ ਜਿੱਥੇ ਲੱਭਿਆ ਗਿਆ ਸੀ, ਇਹ ਬੀਟ 'ਚ ਲੱਭਿਆ ਗਿਆ ਸੀ, ਤਾਂ ਹੀ ਇਹਨੂੰ ਹਜੇ ਵੀ ਚਾਹੇ ਜਦੋਂ ਮਰਜ਼ੀ ਲਈਏ ਇਹਨੂੰ ਕਹਿੰਦੇ ਬੀਟੇਨ ਹੈ। ਦੂਜੀ ਨੰਬਰ ਇਹ ਪਾਲਕ 'ਚ ਲੱਭਿਆ ਗਿਆ ਸੀ। ਤੀਜੇ ਨੰਬਰ ਬੀਫ, ਗਾਂ ਦੇ ਉਸ 'ਚ ਲੱਭਿਆ ਗਿਆ ਸੀ। ਚੌਥੇ ਨੰਬਰ 'ਤੇ ਇਹ ਸ਼ਰਿੰਪਸ ਹੁੰਦੇ ਨਾ,
ਸ਼ਰਿੰਪ ਹੁੰਦਾ, ਇੱਕ ਸੀ ਫੂਡ ਹੁੰਦਾ, ਇਹ ਉਹਦੇ 'ਚ ਲੱਭਿਆ ਗਿਆ ਸੀ। ਤਾਂ ਆਪਾਂ ਦੋ ਤਾਂ ਆਪਣੇ ਕੋਲ ਆਪਸ਼ਨ ਨਹੀਂ ਹੈਗੇ, ਨਾ ਬੀਫ ਨਾ ਸ਼ਰਿੰਪ ਆਪਣੇ ਕੋਲ ਹੈ ਨਹੀਂ। ਸਪਿਨਚ ਵੈਸੇ ਮੈਂ ਘੱਟ ਲਾਈਕ ਕਰਦਾ, ਮੈਂ ਤਾਂ ਕਿ ਜਿਹੜੀ ਚੀਜ਼ ਓਰੀਜਨਲ ਆ ਓਰੀਜਨਲ ਲੱਭਾਂਗੇ। ਤਾਂ ਆਪਾਂ ਨੇ ਓਰੀਜਨਲ ਬੀਟੇਨ ਲੱਭਿਆ, ਅਤੇ ਇਹ ਦੰਦਾਂ ਲਈ ਅੱਛਾ ਨਹੀਂ ਹੁੰਦਾ ਜਿਵੇਂ ਐਪਲ ਸਾਈਡਰ ਹੈ, ਇਹਨੂੰ ਕੈਪਸੂਲ ਕਰਤਾ ਬੀਟੇਨ ਹਾਈਡਰੋਕਲੋਰਾਈਡ। ਇਹ ਕੀ ਹੈ ਇਸ ਅੱਛਾ ਇੱਕ ਦੂਜੀ ਗੱਲ ਹੈ, ਆਪਾਂ ਨੇ ਐਸਿਡ ਨਹੀਂ ਪਾਉਣਾ ਸਟਮਕ 'ਚ, ਆਪਾਂ ਨੇ ਉਹ ਚੀਜ਼ ਪਾਉਣੀ ਹੈ ਜਿਹੜਾ ਐਸਿਡ ਨੂੰ ਬਣਾ, ਜਿਹੜੀ ਨੈਚੁਰਲ ਤਰੀਕੇ ਨਾਲ ਐਸਿਡ ਬਣਾਵੇ। ਹਾਂ ਇਹ ਕੀ ਕਰਦਾ, ਲੋਕ ਕਹਿਣਗੇ ਲੈ ਖਾ ਲਿਆ ਐਸਿਡ ਬਣ ਗਿਆ, ਨਾ ਇਹਨੂੰ ਟਾਈਮ ਲੱਗਦਾ, ਜਿਵੇਂ 5-7 ਦਿਨ 'ਚ। ਇਹ ਪ੍ਰੀਕਰਸਰ ਹੁੰਦਾ, ਪ੍ਰੀਕਰਸਰ ਹੁੰਦਾ ਜਿਹੜੀ ਚੀਜ਼ ਨੂੰ ਬੜਾਵਾ ਦਿੰਦਾ ਜਾਂ ਉਹਨੂੰ ਰॉ ਮਟੀਰੀਅਲ ਦਿੰਦਾ। ਜਿਵੇਂ ਮੈਂ ਗੱਲ ਕਰਦਾ ਹੁੰਦਾ, ਆਇਓਡੀਨ ਨਹੀਂ ਹੈ ਤਾਂ ਥਾਇਰਾਇਡ ਦੇ ਹਾਰਮੋਨ ਨਹੀਂ ਬਣੇਗਾ। ਆਪਾਂ ਥਾਇਰਾਇਡ ਹਾਰਮੋਨ ਨਹੀਂ ਖਾਂਦੇ, ਆਪਾਂ ਆਇਓਡੀਨ ਖਾਂਦੇ ਨੈਚੁਰਲ, ਤਾਂ ਕਿ ਥਾਇਰਾਇਡ ਹਾਰਮੋਨ ਬਣਨੀ ਰॉ ਮਟੀਰੀਅਲ। ਉਹ ਕਹਿੰਦੇ ਮਿਸਤਰੀ ਲਾ ਲਿਆ, ਲਾ ਦੇ ਚੱਠਾ, ਉਹ ਕਹਿੰਦਾ ਇੱਟਾਂ ਕਿੱਥੇ, ਰਦਾ ਲਾ ਦੇ 4 ਇੱਟਾਂ ਦਾ, ਰਦਾ ਲਾਉਣ ਲਈ ਇੱਟਾਂ ਚਾਹੀਦੀਆਂ, ਸੀਮੈਂਟ ਇੱਟਾਂ ਹੈ ਨਹੀਂ। ਤਾਂ ਇਹ ਬਿਲਡਿੰਗ ਬਲੌਕ ਕਹਿੰਦੇ ਅਸੀਂ ਇਹਨੂੰ, ਇਹ ਬਿਲਡਿੰਗ ਬਲੌਕ ਹੈ, ਇਹ ਮਟੀਰੀਅਲ ਦਿੰਦਾ ਜਿੱਤੋਂ ਅੱਗੇ ਚੀਜ਼ ਬਣ ਜੇ। ਹੁਣ ਸਟਮਕ ਐਸਿਡ ਬਣਾਉਣਾ ਆਪਾਂ ਨੇ, ਸੇਬ ਦਾ ਸਿਰਕਾ, ਮੈਂ ਤੁਹਾਡੀ ਗੱਲ ਨਾਲ ਸੱਚੋ ਐਗਰੀ ਕਰਦਾ, ਝੂਠ ਨਹੀਂ ਹੈ, ਮਿਲਦਾ ਬੜਾ ਮਹਿੰਗਾ, ਉਹ ਡਿਲਿਊਟ ਮਿਲਦਾ, ਉਹ ਮੈਨੂੰ ਪਸੰਦ ਨਹੀਂ ਹੈ। ਜਿਹੜਾ ਕਹਿੰਦੇ ਨੇ ਅਸੀਂ ਡਿਲਿਊਟ ਨਹੀਂ ਕਰਿਆ ਹੋਇਆ, ਉਹਨਾਂ ਨੇ ਵਿੱਚ ਰੱਬੇ ਜਾਣੇ ਕੀ ਪਾਤਾ। ਤਾਂ ਮੈਂ ਉਹ ਤੋਂ ਡਰਦਾ ਕਿ ਹਾਂ ਬਈ ਗਲਤ ਚੀਜ਼ ਨਹੀਂ। ਅਗਰ ਜਦ ਤੱਕ ਮੇਰੇ ਕੋਲ ਐਪਲ ਸਾਈਡਰ ਨਹੀਂ ਹੈਗਾ, ਆਪਣੇ ਕੋਲ ਇਲਾਜ ਲੱਭ ਲਿਆ, ਅਸੀਂ ਆਪਣਾ ਆਪ ਬੀਟੇਨ ਹਾਈਡਰੋਕਲੋਰਾਈਡ ਕੱਢਤਾ, ਜਿਹੜਾ ਕਿ ਸਟਮਕ ਐਸਿਡ ਨੂੰ ਬਣਾਉਣ 'ਚ ਮਦਦ ਕਰਦਾ ਹੈ। ਇਹਦੇ ਨਾਲ ਦੀ ਨਾਲ ਆਹ ਸਿੰਪਟਮ ਦੱਸੇ ਨੇ, ਆਹ ਸਿੰਪਟਮ ਮਤਲਬ 15 ਤੋਂ 20 ਦਿਨ 'ਚ ਤੁਹਾਨੂੰ ਫਰਕ ਦਿਖਣਾ ਲੈਣਾ, 3-4 ਦਿਨ 'ਚ ਤੁਹਾਡੇ ਉਹ ਐਸਿਡ ਬਣਾਉਣਾ ਸ਼ੁਰੂ ਕਰ ਦੇਣਾ ਉਹਨੇ। ਅਤੇ ਇਹਨੇ ਕਰਨਾ ਕੀ ਹੈ, ਤੁਹਾਡੀ ਸਟਮਕ 'ਚ ਹਾਈਡਰੋਕਲੋਰਿਕ ਐਸਿਡ ਬਣਾਉਣਾ ਸ਼ੁਰੂ ਕਰਤਾ। ਜੋ ਤੁਸੀਂ ਖਾਇਆ, ਸਭ ਤੋਂ ਪਹਿਲੀ ਗੱਲ ਜਿਹੜਾ 90% ਮੇਰੇ ਕੋਲ ਲੋਕ ਆਉਂਦੇ ਆ, ਮੈਨੂੰ ਹਜਮ ਨਹੀਂ ਹੁੰਦਾ ਜੀ। ਉਹ ਹਜਮ ਹੋਏਗਾ ਕਿਵੇਂ, ਤੁਹਾਡਾ ਢਿੱਡ ਮਾਈਨਸ ਪਲੱਸ ਦੇਖ ਹੀ ਨਹੀਂ ਰਿਹਾ, ਸਭ ਕੁਛ ਅੱਗੇ ਜਾ ਰਿਹਾ, ਸਭ ਕੁਛ ਅੱਗੇ ਜਾ ਰਿਹਾ। ਉਹ ਜਿੰਨਾ ਕੁ ਪਲੱਸ ਗਿਆ ਸੀ ਓਨਾ ਕਿ ਮਾਈਨਸ ਚਲਾ ਗਿਆ। ਤੁਸੀਂ ਇੱਕ ਹਰ ਰੋਜ਼ ਲੜਾਈ ਲੜ ਰਹੇ ਹੋ। ਆਪਣਾ ਇਮਿਊਨ ਸਿਸਟਮ ਗਲਤ ਨੂੰ ਮਾਰਦਾ, ਸਟਮਕ ਗਲਤ ਨੂੰ ਮਾਰਦਾ, ਪੋਜ਼ੀਟਿਵ ਨੂੰ ਆਪਾਂ ਲੈ ਲੈਂਦੇ ਹਾਂ। ਹੁਣ ਉਹ ਦੋਨੋਂ ਭੇਜਦੇ, ਕੀ ਕਰੇ ਵਿਚਾਰੀ ਬਾਡੀ, ਉਹ ਉੱਥੇ ਹੀ ਖੜੀ ਹੈ, ਜਾਂ ਫਿਰ ਉਹ ਲੜਾਈ ਹਾਰਨ ਲੱਗ ਜਾਂਦੀ ਹੈ। ਉਹ ਲੜਾਈ ਹਾਰਨ ਦਾ ਪਹਿਲਾ ਕਾਰਨ ਲੋ ਸਟਮਕ ਐਸਿਡ ਹੈ। ਤੁਹਾਨੂੰ ਪਤਾ ਨਹੀਂ ਜਿਵੇਂ ਆਪਾਂ pH ਕਹਿੰਦੇ ਹਾਂ, 7 ਨਿਊਟਰਲ ਹੈ, 7 ਤੋਂ 6 ਹੋ ਗਈ, ਐਸਿਡਿਕ ਹੋਣੀ ਸ਼ੁਰੂ ਹੋ ਗਈ। ਤੁਹਾਨੂੰ ਪਤਾ ਆਪਣੇ ਸਟਮਕ ਦੀ pH ਕਿੰਨੀ ਹੈ, 1.5 ਤੋਂ 3, ਜਿਸ ਦੇ ਵਿੱਚ ਪਲੈਟੀਨਮ ਦਾ ਬਲੇਡ ਗਲ ਸਕਦਾ। ਇਹ ਬਹੁਤ ਘੱਟ ਲੋਕ ਰਹਿ ਗਏ ਜਿਨ੍ਹਾਂ ਦੀ ਸਟਮਕ ਦੀ pH ਰਹਿ ਗਈ। ਕਿਉਂ? ਖਾਣਾ ਜ਼ਿਆਦਾ ਖਾਣਾ, ਕਾਰਬੋਹਾਈਡਰੇਟ ਖਾਈ ਜਾਣੇ, ਬਾਰ ਖਾਣਾ, ਚੀਨੀ ਖਾਣਾ ਅਤੇ ਸਟ੍ਰੈਸ। ਇਹ ਫੈਕਟਰਸ ਤੁਸੀਂ ਬੜੇ ਲੋਕਾਂ ਨੇ ਮੈਨੂੰ ਤੁਹਾਡੇ ਚੈਨਲ ਤੋਂ ਬਾਅਦ ਕਿਹਾ, ਰਵਿੰਦਰ ਜੀ ਤੁਹਾਨੂੰ ਕਿਹਾ ਸੀ, ਮੈਨੂੰ 12 ਸਾਲ ਤੋਂ ਕਹਿੰਦੇ ਐਸਿਡ ਦੀ ਪ੍ਰੋਬਲਮ ਸੀ, ਮੈਂ ਐਪਲ ਸਾਈਡਰ ਪੀਣਾ ਸ਼ੁਰੂ ਕਰਿਆ, ਮੇਰਾ ਐਸਿਡ ਬਣਨਾ ਬੰਦ। ਸਾਡੇ ਮਿਸਤਰੀ ਨੇ ਕਿਹਾ ਤਾਂ ਲੋਹੇ ਨੂੰ ਲੋਹਾ ਕੱਟਦਾ, ਉਹ ਗੱਲ ਉਹ ਨਹੀਂ ਹੈ। ਤੁਹਾਡਾ ਸਟਮਕ ਐਸਿਡ ਘੱਟ ਹੈ, ਜਦੋਂ ਪੂਰਾ ਕਰ ਦਿਓ, ਪੂਰੇ ਇੱਕ ਸਟਮਕ ਦੇ ਉੱਪਰ ਇੱਕ ਵਾਲਵ ਹੈ, ਉਹ ਬੰਦ ਹੋ ਜਾਂਦੀ ਹੈ। ਜਿੱਥੇ ਉਹ ਬੰਦ ਹੋਊਗੀ ਐਸਿਡ ਵਿੱਚ ਰਹੂਗਾ, ਉੱਪਰ ਨਹੀਂ ਆਊਗਾ। ਅਤੇ ਇਹਦੇ ਕਰਕੇ ਲੋਕਾਂ ਦੇ ਦੰਦ, ਗਲਾ ਅਤੇ ਉਹ ਹੋ ਜਾਂਦੇ, ਜਿਨ੍ਹਾਂ ਦੇ ਐਸਿਡ ਬਣੀ ਜਾਂਦਾ ਨਾ, ਉਹਨਾਂ ਦੇ ਇਸ 'ਚ ਉਹ ਜਿਹੜੀ ਕਹਿੰਦੇ ਤੁਸੀਂ ਅਲਸਰ ਬਣ ਜਾਂਦੇ ਆ, ਉਹ ਤਾਂ ਹੀ ਬਣਦੇ ਨੇ ਜਿਹੜੇ ਏਰੇ ਬਣਦੇ ਨੇ। ਸਟਮਕ ਵਾਲਾ ਅਲਸਰ ਕਿਸੇ ਹੋਰ ਕਾਰਨ ਬਣਦਾ, ਜਿਹੜੇ ਸਟਮਕ ਤੋਂ ਉੱਪਰ ਵਾਲੇ ਅਲਸਰ ਨੇ, ਜਾਂ ਗਲਾ ਦਬਿਆ ਰਹਿੰਦਾ, ਜਾਂ ਦੰਦ ਪੀਲੇ ਹੁੰਦੇ ਆ, ਉਹਨਾਂ ਦਾ ਐਸਿਡ ਉੱਪਰੋਂ ਹੀ ਆਉਣੋਂ ਹਟਦਾ। ਅਤੇ ਉਹਦੇ ਸਾਈਨ ਨੇ, ਉਹਦੇ ਉੱਪਰ ਆਪਾਂ ਅਲੱਗ ਵੀਡੀਓ ਕਰੀ ਹੋਈ ਹੈ ਵੈਸੇ। ਤਾਂ ਸਟਮਕ ਐਸਿਡ ਇੰਨਾ ਕੁ ਜ਼ਰੂਰੀ ਹੈ ਪ੍ਰੋਟੀਨ ਹਜਮ ਕਰਨ ਲਈ, ਹੈ ਨਾ। ਜਿਵੇਂ ਦੁਬਾਰਾ ਬੋਲ ਦੇਣਾ, B12 ਦੀ ਅਬਜ਼ੌਰਪਸ਼ਨ ਨਹੀਂ ਹੋਏਗੀ ਜੇ ਤੁਹਾਡਾ ਸਟਮਕ ਐਸਿਡ ਘੱਟ ਹੈ। ਤੁਹਾਡੇ ਮਿਨਰਲ, ਜਿਹੜੇ ਕਿ ਮਿਨਰਲਸ ਨੂੰ ਆਪਾਂ ਪੰਜਾਬੀ 'ਚ ਧਾਤੂ ਕਹਾਂਗੇ, ਹੈ ਨਾ, ਖੁਰਾਕੀ ਤੱਤ, ਉਹ ਨਹੀਂ ਪੂਰੇ ਹੋ ਸਕਦੇ। ਟਰੇਸ ਮਿਨਰਲ ਜਿਹੜੇ ਉਹਨਾਂ ਤੋਂ ਵੀ ਘੱਟ ਹੁੰਦੇ ਨੇ, ਮਗਰ ਸੈੱਲ ਲੈਵਲ 'ਤੇ ਉਹ ਨਹੀਂ ਪੂਰੇ ਹੋ ਸਕਦੇ। ਤੁਹਾਡਾ ਪ੍ਰੋਟੀਨ ਜਿੰਨਾ ਮਰਜ਼ੀ ਖਾ ਲਓ, ਜਿੰਮ ਮਾਰੀ ਜਾਓ, ਉਹ ਲੱਗੂਗਾ ਨਹੀਂ। ਕਿਉਂ? ਪ੍ਰੋਟੀਨ ਉਰੇ ਜਾ ਕੇ ਨਹੀਂ ਟੁੱਟ ਰਿਹਾ, ਅਮੀਨੋ ਐਸਿਡਸ ਉਰੇ ਟੁੱਟਣਗੇ ਤਾਂ ਬਾਡੀ ਉਹਨੂੰ ਹਜਮ ਕਰੇਗਾ। ਲੀਵਰ 'ਤੇ ਦੋਨਾਂ ਦਾ ਕਨੈਕਸ਼ਨ ਹੈ, ਅਤੇ ਤੁਹਾਡੇ ਅੰਦਰ ਵਾਇਰਸ ਜਾਣੋਂ ਹਟੇਗਾ ਹੀ ਨਹੀਂ, ਤੁਹਾਡਾ ਇਮਿਊਨ ਸਿਸਟਮ ਲੋ ਰਹੇਗਾ। ਤਾਂ ਸਟਮਕ ਐਸਿਡ ਲੋ ਹੋਣ ਦੇ ਕੁਝ ਪ੍ਰੋਬਲਮਸ ਨੇ, ਤਾਂ ਬੀਟੇਨ ਤੁਹਾਡਾ ਸਟਮਕ ਐਸਿਡ ਬਣਾਉਣ 'ਚ ਸਰੀਰ ਦੀ ਹੈਲਪ ਕਰਦਾ। ਅੱਗੇ ਵਧਣ ਤੋਂ ਪਹਿਲਾਂ ਮੇਰੇ ਦਿਮਾਗ 'ਚ ਇੱਕ ਸਵਾਲ ਆਉਂਦਾ ਕਿ ਅਕਸਰ ਜਿਹੜੇ ਲੋਕਾਂ ਦੇ ਪਿੱਤੇ ਦਾ ਆਪਰੇਸ਼ਨ ਹੋਇਆ ਪਿਆ ਹੁੰਦਾ, ਜਿਹੜੇ ਲੋਕਾਂ ਨੂੰ ਤੇਜ਼ਾਬ ਵੱਧ ਬਣ ਰਿਹਾ, ਪਹਿਲਾਂ ਹੀ ਤੇਜ਼ਾਬ ਵੱਧ ਬਣ ਰਿਹਾ, ਪਿੱਤੇ ਦਾ ਆਪਰੇਸ਼ਨ ਵੀ ਹੋਇਆ ਪਿਆ, ਪਿੱਤੇ ਦੇ ਆਪਰੇਸ਼ਨ ਜਿਨ੍ਹਾਂ ਦੇ ਹੁੰਦੇ ਨੇ, ਉਹਨਾਂ ਦੇ ਐਸੀਡਿਟੀ ਦੀ ਪ੍ਰੋਬਲਮ ਜਿਹੜੀ ਆ ਉਹ ਵੱਧ ਜਾਂਦੀ ਹੈਗੀ। ਅਤੇ ਆਪਾਂ ਬਾਡੀ ਦੇ ਅੰਦਰ ਤੇਜ਼ਾਬ ਵਧਾਉਣ ਦੀ ਗੱਲ ਕਰ ਰਹੇ ਹਾਂ, ਮੈਨੂੰ ਲੱਗਦਾ ਉਹ ਤਾਂ ਭੱਜ ਜਾਣਗੇ ਗੱਲ ਸੁਣ ਕੇ। ਇੱਕ ਵਾਰੀ ਐਕਸਪੈਰੀਮੈਂਟ ਕਰਨਗੇ ਜੀ, ਪੂਰੀ ਜ਼ਿੰਦਗੀ ਬਾਕੀ ਸਾਰੀ ਦੁਨੀਆ 'ਤੇ ਕਾਂਟਾ ਮਾਰ ਦੇਣਗੇ ਕਿ ਰਵਿੰਦਰ ਦੀ ਗੱਲ ਸੱਚੀ ਨਿਕਲੀ। ਐਕਸਪੈਰੀਮੈਂਟ ਕਰਕੇ ਦੇਖ ਲਿਓ, ਇੱਕ ਵਾਰੀ 'ਚ ਪਤਾ ਲੱਗ ਜਾਂਦਾ। ਹਾਈਪਰ ਐਸਿਡਿਟੀ 0.05 ਲੋਕਾਂ ਨੂੰ ਹੁੰਦੀ ਹੈ, 0.05, 99% ਲੋਕਾਂ ਨੂੰ ਲੋ ਸਟਮਕ ਐਸਿਡ ਹੁੰਦਾ। ਪਰ ਮੈਨੂੰ ਲੱਗਦਾ ਜਿਹੜੇ ਬੰਦੇ ਦੇਖ ਰਹੇ ਨਾ, ਉਹਨਾਂ ਦਿਮਾਗ 'ਚ ਇਹ ਵੀ ਆਇਆ ਹੋਣਾ
ਕੀ ਪਤਾ ਮੈਂ 0.5 ਵਾਲਿਆਂ ਦੇ ਵਿੱਚੋਂ ਹੀ ਹੋਵਾਂ। ਇੰਪੋਸੀਬਲ ਹੈ ਜੀ। ਜਿਹੜੇ ਮਤਲਬ ਪੀਤਾ ਹੀ ਕੱਢਤਾ, ਸਟ੍ਰੈਸ ਕੇਸ ਹੈ ਆਟੋਮੈਟਿਕਲੀ। ਸਟ੍ਰੈਸ ਕੇਸ ਨੂੰ ਕਦੇ ਹਾਈਪਰ ਐਸਿਡਿਟੀ ਹੁੰਦੀ ਹੀ ਨਹੀਂ, ਉਹਨੂੰ ਹਮੇਸ਼ਾ ਹਾਈਪੋ ਮਤਲਬ ਲੈਸ ਐਸਿਡਿਟੀ ਹੁੰਦੀ ਹੈ। ਬੜਾ ਸਿੰਪਲ ਜਿਹਾ ਐਕਸਪੈਰੀਮੈਂਟ ਹੈ, ਮੰਗਾ ਲਏ ਹੈ ਨਾ ਬੀਟੇਨ, ਇੱਕ ਵਾਰੀ ਟੈਸਟ ਕਰ ਲਏ। ਇਹਦਾ ਤਾਂ ਟੈਸਟ ਹੀ ਬਹੁਤ ਸਿੰਪਲ ਹੈ, 2 ਗੋਲੀਆਂ ਖਾਣੀਆਂ ਹੈ ਨਾ, ਪਹਿਲਾਂ 2 ਤੋਂ ਸ਼ੁਰੂ ਕਰਾਊਂਗਾ ਮੈਂ, ਜੇ ਉਹਨੂੰ ਸ਼ੱਕ ਹੈ ਮੈਂ ਹਾਈਪਰ ਐਸਿਡਿਟੀ ਹੈ, ਜੇ ਜਿਹਨੂੰ ਸ਼ੱਕ ਹੈ ਉਹਨੂੰ, ਵਰਨਾ ਤਾਂ ਮੈਂ 4-5 ਖਾਊਂਗਾ ਅਤੇ ਉਹਨੂੰ ਪਤਾ ਲੱਗ ਜੂਗਾ। ਅਗਰ ਉਹਨੂੰ ਖਾਣ ਤੋਂ ਘੰਟੇ ਅੱਧੇ 15 ਮਿੰਟ 'ਚ ਪਤਾ ਲੱਗ ਜਾਂਦਾ ਜੀ, ਉਹਨੂੰ ਰਿਐਕਸ਼ਨ ਆਉਣ ਲੱਗ ਗਏ, ਕੰਨ ਲਾਲ ਹੋ ਗਏ, ਪਤਾ ਰਹਿੰਦਾ ਕਿ ਹਾਈਪਰ ਐਸਿਡਿਟੀ ਹੈ। ਮੈਨੇ ਅੱਜ ਤੱਕ 2 ਕੇਸ ਦੇਖੇ ਨੇ, 6-7 ਹਜ਼ਾਰ ਲੋਕਾਂ ਨੂੰ ਮੈਂ ਐਪਲ ਸਾਈਡਰ 'ਤੇ ਲਾਤਾ ਹੋਣਾ ਹੈ ਨਾ, ਅਤੇ ਨਾ ਕਦੇ ਪ੍ਰੋਬਲਮ ਨਹੀਂ ਆਉਂਦੀ। ਹਾਈਪਰ ਐਸਿਡਿਟੀ ਹੁੰਦੀ ਬਹੁਤ ਘੱਟ ਹੈ ਜੀ, ਬਹੁਤ ਘੱਟ। ਹਾਈਪਰ ਐਸਿਡਿਟੀ ਕਰਨ ਲਈ ਬਹੁਤ ਕੁਝ ਕਰਨਾ ਪੈਂਦਾ। ਸਾਨੂੰ ਪਤਾ, ਅਗਰ ਜਿਹੜਾ ਬੰਦਾ 7 ਦਿਨ ਦਾ ਫਾਸਟ ਕਰ ਲੈਂਦਾ, ਉਹ ਕੇਸ ਨੂੰ ਪਹਿਲੀ ਵਾਰੀ ਹਾਈਪਰ ਐਸਿਡਿਟੀ ਪਤਾ ਲੱਗਦੀ ਹੁੰਦੀ ਕੀ ਹੈ। ਹਾਂ, ਉਹ ਵੀ ਤਾਂ ਜੇ ਉਹ ਗਲਤ ਕਰ ਰਿਹਾ, ਠੀਕ ਹੈ। ਅਤੇ ਲੋਕ ਕੈਲਸ਼ੀਅਮ ਖਾਣ ਲੱਗ ਜਾਂਦੇ ਆ ਇਸੀ ਕਰਕੇ ਕਿ ਹਾਈਪਰ ਐਸਿਡਿਟੀ ਹੈ। ਪਹਿਲਾਂ ਚੈੱਕ ਕਰੋ ਕਿ ਹਾਈਪਰ ਐਸਿਡਿਟੀ ਹੈ ਕਿ ਲੋ ਹੈ। ਜੇ ਤੁਹਾਨੂੰ ਐਪਲ ਸਾਈਡਰ ਜਾਂ ਲੈਂਦੇ ਹੀ ਅੱਛਾ ਲੱਗਿਆ, ਗੱਲ ਖਤਮ ਹੈ ਜੀ, ਗੱਲ ਹੀ ਖਤਮ ਹੈ। ਤਾਂ ਇਹ ਉੱਥੇ ਤਾਂ ਗੱਲ ਹੀ ਨਹੀਂ ਪਹੁੰਚਦੀ। ਹੁਣ ਇਹ ਬਿਟੇਨ ਹਾਈਡਰੋਕਲੋਰਾਈਡ ਇਹੀ ਹੈ ਨਾਮ ਇਹਦਾ? ਹਾਂ, ਇਹ ਥੋੜ੍ਹਾ ਜਿਹਾ ਇਹਦੀ ਜਿਹੜੀ ਖੋਜ ਹੈ ਜਾਂ ਇਹਦੇ ਡਿਟੇਲ ਹੈ ਥੋੜ੍ਹੀ ਜਿਹੀ ਉਹ ਵੀ ਦੱਸ ਦਿਓ ਵੀ ਇਹ ਕਿੱਦਾਂ ਬੋਡੀ ਦੇ ਅੰਦਰ ਜਾ ਕੇ ਕੰਮ ਕਰਦਾ। ਬੜੀ ਪੁਰਾਣੀ ਚੀਜ਼ ਹੈ, ਦੱਸਿਆ ਮੈਂ ਜਿਵੇਂ ਲੱਭੀ ਗਈ ਸੀ ਜਦ ਬੀਟੇਨ, ਤਾਂ ਹੀ ਬੀਟ ਤੋਂ ਬਣਿਆ ਹੋਇਆ ਸੀਗਾ। ਹਾਂ, ਇਹ ਲੱਭੀ ਬਹੁਤ ਪੁਰਾਣੀ ਹੋਈ ਹੈ ਚੀਜ਼। ਇਹਦੀ ਰਿਸਰਚ ਕੀ ਸੀਗੀ ਕਿ ਉਹਨਾਂ ਨੂੰ ਪਤਾ ਸਟਮਕ ਦਾ ਜਿਹੜਾ ਐਸਿਡ HCl ਹੈ ਅਤੇ ਉਹ ਬੀਟੇਨ 'ਚੋਂ ਬਣ ਗਿਆ। ਇਹਦੇ ਟਰਾਈ ਕਰਕੇ ਦੇਖਿਆ ਗਿਆ, ਇਹਦੇ 'ਚ ਜਿਹੜਾ ਅਮੀਨੋ ਐਸਿਡ ਹੈ ਨਾ, ਦੇਖੋ ਪ੍ਰੋਟੀਨਸ ਨੂੰ ਨਾ ਡਾਈਜੈਸਟ ਕਰਾਉਣਾ ਬਹੁਤ ਜ਼ਰੂਰੀ ਹੈ। ਲੋਕ 90% ਲਿੱਸੇ ਹੀ ਤਾਂ ਹੈ, ਉਹਨਾਂ ਨੂੰ ਪ੍ਰੋਟੀਨ ਜਾਂ ਖਾਂਦੇ ਨਹੀਂ ਜਾਂ ਲੱਗਦਾ ਨਹੀਂ। ਜਿੱਥੇ ਬੰਦੇ ਨੂੰ ਪ੍ਰੋਟੀਨ ਲੱਗਣ ਲੱਗ ਗਿਆ, ਉਹ ਉੱਦਾਂ ਹੀ ਸਿੱਧਾ ਖੜਾ ਹੋ ਜਾਂਦਾ, ਬੈਕ ਮਸਲ ਠੀਕ ਹੋ। ਕੁਝ ਬੰਦੇ ਭਾਵੇਂ ਲੱਕੜਪਾਤੀ ਜੋ ਮਰਜ਼ੀ ਖਾ ਜਾਣ, ਉਹ ਉਵੇਂ ਹੀ ਲੱਗੀ ਜਾਂਦਾ ਉਹਨਾਂ ਨੂੰ, ਬੇਮਤਲਬ ਤੋਂ ਵੀ ਲੱਗੀ ਜਾਂਦਾ, ਮੋਟੇ ਤਗੜੇ ਹੋਣ ਲੱਗ ਜਾਂਦਾ। ਮੋਟੇ ਤਗੜੇ ਹੋਣਾ ਅਲੱਗ ਗੱਲ ਹੈ, ਤੰਦਰੁਸਤ ਹੈਲਦੀ ਹੋਣਾ ਅਲੱਗ ਗੱਲ ਹੈ। ਜਿਹਦਾ ਮੈਦਾ ਬਹੁਤ ਘੈਂਟ ਹੈ, ਜਿਹਨੂੰ ਤੁਸੀਂ ਕਹਿੰਦੇ ਲੱਕੜਪਾਤੀ, ਉਹਦਾ ਸਟਮਕ ਐਸਿਡ ਬਹੁਤ ਸਟਰੋਂਗ ਹੈ। ਉਹਨਾਂ ਨੂੰ ਦੇਖਿਓ ਬਿਮਾਰ ਵੀ ਨਹੀਂ ਹੁੰਦੇ, ਕਿਉਂ? ਉਰੋਂ ਦੀ ਮਾਈਨਸ ਅੱਗੇ ਜਾ ਹੀ ਨਹੀਂ ਸਕਦਾ, ਉੱਥੇ ਨਾਕਾ ਵਧੀਆ ਲੱਗਿਆ ਹੋਇਆ। ਜਿਹੜਾ ਮੋਟੇ ਹੋਈ ਜਾਂਦੇ ਨੇ, ਉਹ ਇਹ ਨਾ ਕਹੋ ਲੱਗੀ ਜਾਂਦਾ, ਉਹਦਾ ਥਾਇਰਾਇਡ ਖਰਾਬ ਹੈ ਉਹਦਾ ਥਾਇਰਾਇਡ ਖਰਾਬ ਹੈ, ਉਹ ਫੁੱਲਦੇ ਆ। ਉਹਨਾਂ ਦਾ ਕੀ ਹੁੰਦਾ, ਉਹ ਹਮੇਸ਼ਾ ਥੱਕੇ ਹੋਣਗੇ। ਉਹਨਾਂ ਦਾ ਰੀਜ਼ਨ ਹੈ ਫੂਡ ਗਿਆ, ਐਨਰਜੀ 'ਚ ਨਹੀਂ ਕਨਵਰਟ ਹੋਇਆ, ਸਿੱਧਾ ਫੈਟ 'ਚ ਕਨਵਰਟ ਹੋ ਗਿਆ। ਤਾਂ ਦੇਖਣ ਨੂੰ ਗੋਰੇ ਵੀ ਬਹੁਤ ਹੋ ਜਾਂਦੇ ਆ ਉਹ, ਕਿਉਂ? ਜਦ ਸਕਿਨ ਖੁੱਲ੍ਹਦੀ ਹੈ ਨਾ, ਉਹ ਕਹਿੰਦੇ ਰੰਗ ਬੜਾ ਸੋਹਣਾ ਹੋ ਗਿਆ। ਮੈਂ ਕਿਹਾ ਰੰਗ ਤੋਂ ਕੀ ਲੈਣਾ, ਉਹ ਚੰਮ ਨਹੀਂ ਕੰਮ ਹੈ, ਦੇਖ ਸਾਡਾ ਤਾਂ ਉਹੀ ਗੱਲ ਹੈ ਨਾ। ਤਾਂ ਅਗਰ ਤੁਸੀਂ ਤਕੜੇ ਹੋ ਰਹੇ ਹੋ, ਤਕੜੇ ਦੀ ਮਤਲਬ ਇਹ ਨਹੀਂ ਕਿ ਇੱਧਰ ਨੂੰ ਮਸਲ ਗਰੋਥ ਹੋ ਰਹੀ ਹੈ, ਥੋੜ੍ਹਾ ਮੈਦਾ ਬਹੁਤ ਸੋਲਿਡ ਹੈ, ਗੁੱਡ ਸਾਈਨ ਹੈ। ਜੇ ਮੋਟੇ ਹੋ ਰਹੇ ਹੋ, ਉਹ ਬੈਡ ਸਾਈਨ ਹੈ। ਉਹਦਾ ਦੱਸਿਆ ਮੈਂ ਥੋੜੀ ਗੱਲ ਦੱਸਿਆ, ਜੀਭ ਦੇ ਆਲੇ ਦੁਆਲੇ ਦੰਦਾਂ ਨਿਸ਼ਾਨ ਛਪ ਜਾਂਦੇ ਆ, ਪਹਿਲਾ ਸਾਈਨ ਹੈ ਨਾ। ਦੂਜਾ ਸਾਈਨ ਹੈ, ਨੌਵਾਂ 'ਚ ਸਿੱਧੀਆਂ ਲਾਈਨਾਂ ਆਉਣ ਲੱਗ ਜਾਣਗੀਆਂ, ਸਾਨੂੰ ਪਤਾ ਰਹਿੰਦਾ ਥਾਇਰਾਇਡ ਵੀਕ ਹੈ। ਥੱਕਿਆ ਦਿਨ 'ਚ 2 ਵਾਰੀ ਦਿਲ ਕਰਦਾ ਪੈ ਜਾ, ਚੌਲ ਖਾਣ ਨੂੰ ਤਾਂ ਐਂ ਦਿਲ ਕਰਦਾ ਉਹਨਾਂ ਦਾ ਕਿ ਰੱਬ ਜਾਣੇ। ਫਿਰ ਉਹ ਕਹਿੰਦੇ ਯਾਰ ਮੈਂ ਤਾਂ ਪੰਜਾਬੀ ਬੰਦਾ, ਮੇਰਾ ਚੌਲ ਖਾਣ ਨੂੰ ਬੜਾ ਦਿਲ ਕਰਦਾ, ਮਗਰ ਉਹ ਕਿਉਂ ਹੈ? ਇਹਦੇ ਥਾਇਰਾਇਡ ਲੋ ਹੈ, ਥਾਇਰਾਇਡ ਦੀ ਕ੍ਰੇਵਿੰਗ ਹੈ ਇਹ। ਚਿੱਟਾ ਬ੍ਰੈਡ, ਚੌਲ, ਤਾਂ ਸਪੱਟਾ ਸਬਜੈਕਟ ਆ ਗਿਆ ਵਿੱਚ ਨੂੰ, ਤਾਂ ਮੈਂ ਗੱਲ ਕਰ ਲਈ। ਬੀਟੇਨ ਨੇ ਤੁਹਾਡਾ ਕੀ ਕਰਨਾ ਹੈ ਇਹਨੇ? ਅੱਛਾ ਹਾਂ, ਦੂਜੀ ਗੱਲ, ਬੋਡੀ 'ਚ ਤੁਹਾਡੇ ਸਟਮਕ ਐਸਿਡ ਮਾਰਦਾ ਕੌਣ ਹੈ? ਐਂਟੀਬਾਇਓਟਿਕਸ ਜਾਂ ਜਿਹੜੇ ਹੁੰਦੇ ਨੇ ਤੁਸੀਂ ਜ਼ਿਆਦਾ ਦਵਾਈਆਂ, ਇਹ ਤੁਹਾਡਾ ਸਟਮਕ ਐਸਿਡ ਘਟਾ ਦਿੰਦਾ। ਅਤੇ ਜਿੰਨਾ ਉਹ ਘਟੀ ਜਾਊਗਾ, ਓਨੀ ਲੋਡ ਫॉर ਐਂਟੀਬਾਇਓਟਿਕਸ ਅਤੇ ਮੈਡੀਸਿਨ ਵੱਧ ਜਾਏਗੀ। ਤਾਂ ਇੱਕ ਉਹ ਛੜਯੰਤਰ 'ਚ ਬਣ ਜਾਂਦਾ ਬੰਦਾ। ਤਾਂ ਇਹਨੂੰ ਠੀਕ ਕਿਵੇਂ ਕਰਨਾ? ਆਪਾਂ ਸਟਮਕ ਐਸਿਡ ਠੀਕ ਕਰ ਦੇਣਾ। ਮੈਂ ਕਹਿੰਦਾ ਜੀ ਤੁਸੀਂ, ਮੈਂ ਲਿਸਟ ਨਹੀਂ ਦੇ ਸਕਦਾ ਕੀ ਪ੍ਰੋਬਲਮ ਆ, ਬਿਨਾਂ ਗੱਲੋਂ ਸੋਲਵ ਹੋ ਜਾਣੀ ਹੈ। ਹੁਣ ਜਦ ਤੁਹਾਡਾ ਖਾਤਾ ਲੱਗਿਆ ਹੀ ਨਹੀਂ, A&D ਨਹੀਂ ਲੱਗਿਆ, ਅੱਖਾਂ ਗਈਆਂ, ਵਿਟਾਮਿਨ E ਨਹੀਂ ਲੱਗਿਆ, ਸਕਿਨ ਗਈ, C ਨਹੀਂ ਲੱਗਿਆ, ਬਾਲ ਗਏ, ਲਿਵਰ ਗਿਆ, B ਨਹੀਂ ਲੱਗਿਆ, ਲਿਵਰ ਗਿਆ। ਤਾਂ ਅਗਰ ਤੁਸੀਂ ਕਹੋ ਕਿਹੜੀਆਂ ਬਿਮਾਰੀਆਂ? ਸਾਰੀਆਂ, ਕਿਉਂਕਿ ਪਹਿਲਾ ਸਿਸਟਮ ਹੈ ਥੁੱਕ, ਪਹਿਲੀ ਸਟੇਜ ਆਫ ਡਾਈਜੈਸ਼ਨ ਹੈ। ਦੂਜੀ ਸਟੇਜ ਆਫ ਡਾਈਜੈਸ਼ਨ ਹੈ ਉਰੇ ਸਟਮਕ 'ਚ ਗਲਣ ਦੀ ਜਿਹੜੀ ਪੋਟੈਂਸੀ, ਸ਼ਮਤਾ, ਸ਼ਕਤੀ। ਇਹ 110% ਤੀਜੇ ਦਿਨ ਬੰਦੇ ਨੂੰ ਰਿਜ਼ਲਟ ਦਿਖਾਉਂਦੀ ਹੈ ਕਿ ਹਾਂ ਵੀ ਮੈਨੂੰ ਮੇਰੀ ਬਿਮਾਰੀ ਪਤਾ ਲੱਗ ਗਈ। ਅਤੇ ਆਪਾਂ ਤੁਹਾਨੂੰ ਤੁਹਾਡੀ ਬਿਮਾਰੀ ਲੱਭਣੀ ਸਿਖਾਉਣੀ ਹੈ, ਮੈਂ ਨਹੀਂ ਤੁਹਾਡੀ ਬਿਮਾਰੀ ਲੱਭਣੀ। ਹਾਂਜੀ, ਚਲੋ ਹੁਣ ਪੇਜ ਤਾਂ ਤੁਸੀਂ ਖਾਸਾ ਕੁਝ ਲਿਖਿਆ ਹੋਇਆ, ਕੁਝ ਬਾਕੀ ਬਚਿਆ ਵੀ ਆ ਦੱਸਣ ਤੋਂ, ਕੋਈ ਹਲੇ ਰਹਿੰਦਾ? ਨਹੀਂ, ਹੁਣ ਤਾਂ ਇੱਕੋ ਨੰਬਰ ਹੈਗਾ ਕਿ ਮੈਨੂੰ ਫੋਨ ਨਹੀਂ ਕਰਨਾ, ਇਹ ਨਹੀਂ ਪੁੱਛਣਾ ਰਵਿੰਦਰ ਜੀ ਕਿੱਥੋਂ ਮਿਲੇਗਾ, ਇਹਦੇ ਪ੍ਰੋਪਰਟੀਆਂ ਦੱਸੋ। ਨਹੀਂ, ਉਹ ਤਾਂ ਦੱਸੋ ਨਾ ਵੀ ਇਹ ਜਿਹੜਾ ਬਿਟੇਨ ਜਿਹੜਾ ਉਹਦੇ ਮਤਲਬ ਕੀ ਡਿਟੇਲ ਹੈ ਤੁਹਾਡੇ ਕੋਲ, ਤੁਸੀਂ ਕਿਵੇਂ ਬਣਾ ਰਹੇ ਹੋ, ਕੀ ਡਿਟੇਲ ਹੈ ਉਹਦੀ? ਸਰ ਸਿੰਪਲ ਜੀ ਗੱਲ ਹੈ ਇਹਦੇ 'ਚ। ਪਹਿਲੀ ਗੱਲ, ਹਾਂ ਇਹਦਾ ਫਾਇਦਾ ਕੀ ਹੈ? ਇਹ ਲੋਕਾਂ ਨੂੰ ਪਤਾ ਨਹੀਂ ਹੈ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਹੈ, ਇਹਦੇ 'ਚ ਮਿਲਾਵਟ ਨਹੀਂ ਆਉਂਦੀ। ਦੂਜੀ ਗੱਲ ਹੈ, ਬੀਟੇਨ ਇੰਨੀ ਸਿੰਪਲ ਚੀਜ਼ ਹੈ, ਇਹਨੂੰ ਜ਼ਿਆਦਾ ਰੇ ਖੱਟ ਪੱਤ ਨਹੀਂ ਪੈਂਦੀ। ਤਾਂ ਇਹ 'ਚ ਆਰਗੈਨਿਕ ਇਨਆਰਗੈਨਿਕ ਦਾ ਰੌਲਾ, ਇਹ ਐਸਿਡ ਹੈ, ਇਹ ਬਣੇ ਉਹ ਤੋਂ ਇੱਕ ਐਕਸਟਰੈਕਟ ਕਰਕੇ ਐਸਿਡ ਹੈ। ਤਾਂ ਇਹ 'ਚ ਆਰਗੈਨਿਕ ਇਨਆਰਗੈਨਿਕ ਦਾ ਰੌਲਾ ਹੀ ਨਹੀਂ ਹੈਗਾ। ਅਸੀਂ ਸੋਰਸ ਲੱਭਿਆ ਬਹੁਤ ਸੋਹਣਾ, ਉਹ ਤੋਂ ਅਸੀਂ ਖਾਸਾ ਵੱਡਾ ਬੀਟੇਨ ਚੱਕ ਲਿਆ। ਕਿਉਂਕਿ ਜਦ ਤੁਸੀਂ ਲੋਟ ਚੱਕਦੇ ਹੋ
ਤੁਹਾਡੀ ਪ੍ਰਾਈਸਿੰਗ ਘੱਟ ਜਾਂਦੀ ਹੈ। ਇਹ ਮਿਲਦਾ Amazon 'ਤੇ ਵੀ ਹੈ, ਮਗਰ ਉਹਦੀ ਪ੍ਰਾਈਸ ਸੁਣ ਕੇ ਡਰ ਜਾਓਗੇ। ਨਾਲੇ ਉਸ 'ਚ ਇੱਕ ਚੀਜ਼ ਪਾਈ ਹੈ ਪੈਪਟਿਨ, ਉਹ ਕਈਆਂ ਨੂੰ ਚਾਹੀਦੀ ਹੈ, ਕਈਆਂ ਨੂੰ ਨਹੀਂ ਚਾਹੀਦੀ। ਹੁਣ ਉਹ ਵੀ ਰੌਲਾ ਹੈ ਨਾ, ਉਹ ਜਿਹਨੂੰ ਨਹੀਂ ਚਾਹੀਦੀ ਉਹਨੂੰ ਕਿਉਂ ਦਈਏ? ਉਹਦੇ ਪੈਸੇ ਜ਼ਿਆਦਾ ਦੇ ਰਿਹਾ ਬੰਦਾ, ਤਾਂ ਅਸੀਂ ਪਿਓਰ ਬੀਟੇਨ ਹੈ ਅਤੇ ਉਹ ਵੀ ਹਾਈ ਕੰਸਨਟ੍ਰੇਸ਼ਨ, ਹਾਈ ਡੋਜ਼ੇਜ ਹੈ, ਤਾਂ ਕਿ ਤੁਹਾਨੂੰ 4 ਗੋਲੀਆਂ ਦੀ ਜਗ੍ਹਾ 'ਤੇ 2 'ਚ ਕੰਮ ਸਰ ਜੇ। ਜਿਹਨੂੰ ਹੁਣ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਅਗਰ Amazon ਤੋਂ ਮੰਗਾ ਕੇ ਉਹਨੂੰ 8 ਗੋਲੀਆਂ ਦੇਣੀਆਂ ਪੈਂਦੀਆਂ ਸੀ, ਹਲ ਤਾਂ ਇਹੀ ਜੀ ਸੀ, ਉੱਥੇ 4 ਜਾਂ 5 ਸਰ ਜੂਗਾ। ਤਾਂ ਕੋਸਟਿੰਗ ਅਤੇ ਉਸ 'ਚ ਦੋਨਾਂ 'ਚ ਫਰਕ ਹੈ। ਡੋਜ਼ੇਜ ਘੱਟ ਲੈਣੀ ਪਏਗੀ, ਕੋਸਟਿੰਗ ਅੱਛੀ ਹੈ। ਅਤੇ ਜਿਵੇਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਚੀਜ਼ ਬੰਦੇ ਨੂੰ ਮਾਰਕੀਟ ਤੋਂ ਰੇਟ ਤੋਂ ਘੱਟ ਮਿਲ ਜੇ, ਉਹਨੂੰ ਟਾਈਮ ਨਾ ਮਿਲ ਜੇ ਅਤੇ ਰਿਜ਼ਲਟ ਦਿੰਦੀ ਹੋਵੇ। ਬਾਕੀ ਤਾਂ ਲੋਕ ਦੱਸਦੇ ਹੁਣ ਇਹ ਕਿ ਇਹ ਚੀਜ਼ ਦਾ ਮਜ਼ਾ ਆਇਆ, ਇਹ ਚੀਜ਼ ਵਧੀਆ ਰਹੀ, ਤਾਂ ਅਫਕੋਰਸ ਇਹਦੇ ਰਿਜ਼ਲਟ ਬਹੁਤ ਸੋਹਣੇ ਨੇ। ਮੈਂ ਆਪ ਬਹੁਤ ਟੈਸਟ ਕਰਦਾ। ਕੈਪਸੂਲ ਨੇ, ਗੋਲੀਆਂ ਨੇ, ਕਿ ਕੀ ਹੈ ਇਹ? ਕੈਪਸੂਲ ਹੈ, ਕਿਉਂਕਿ ਇਹ ਜਦ ਤੁਸੀਂ ਉੱਦਾਂ ਪੀ ਲਓਗੇ ਨਾ, ਮੈਂ ਉਹ ਵੀ ਪੀ ਖੋਲ ਕੇ ਦੇਖਿਆ ਹੋਇਆ, ਥੋੜ੍ਹੇ ਦੰਦ ਖੱਟੇ ਹੋਏ ਨੇ ਬੜੇ ਅਜੀਬ ਜਿਹੇ, ਐਂ ਲੱਗਦਾ ਮੈਂ ਐਸਿਡ ਪੀ ਲਿਆ। ਕਿਉਂਕਿ ਐਸਿਡ ਬਣਾਉਣ 'ਚ ਹੈਲਪ ਕਰਦਾ। ਤਾਂ ਉਹ ਕੈਪਸੂਲ ਦਾ ਫਾਇਦਾ ਕੀ ਹੈ? ਸਿੱਧਾ ਅੰਦਰ ਜਾ ਕੇ ਖੁੱਲ੍ਹੇਗਾ। ਹੁਣ ਬੜੇ ਲੋਕ ਨੇ ਮੇਰੇ ਕੋਲ ਪਹਿਲੀ ਕੰਪਲੇਂਟ ਆਉਂਦੀ, ਰਵਿੰਦਰ ਐਪਲ ਸਾਈਡਰ ਤਾਂ ਪੀ ਨਹੀਂ ਸਕਦੀ ਮੈਂ ਕਿਉਂ ਜੀ? ਗਲਾ ਫੜ ਲੈਂਦਾ ਮੇਰਾ। ਸੱਚੀ ਗੱਲ ਹੈ, ਕਈਆਂ ਨੂੰ ਐਪਲ ਸਾਈਡਰ ਗਲਾ ਫੜਦਾ, ਜਾਂ ਕਈਆਂ ਨੂੰ ਲੈਟਸੇ ਕਈਆਂ ਨੂੰ ਹੁੰਦਾ ਉਹਨਾਂ ਨੂੰ ਖੱਟੇ ਨਾਲ ਪ੍ਰੋਬਲਮ ਹੁੰਦੀ ਹੈ। ਐਪਲ ਸਾਈਡਰ ਉਹਨਾਂ ਨੂੰ ਵਧੀਆ, ਮੈਨੂੰ ਹੈਗੀ, ਖੱਟਾ ਨਹੀਂ ਲੈ ਸਕਦੇ, ਉਹਨਾਂ ਨੂੰ ਨਿੰਬੂ ਲੈਣਗੇ ਨਾਲ ਦੇ ਨਾਲ ਗਲਾ 2 ਦਿਨ ਕੰਪਲੇਂਟ। ਫਿਰ ਇਹ ਚੀਜ਼ ਉਰੇ ਲੱਗਣੇ ਨਹੀਂ ਦੇਣੀ। ਕੈਪਸੂਲ ਦਾ ਫਾਇਦਾ ਹੀ ਹੈ, ਉਹ ਜਾ ਕੇ ਜਿੱਥੇ ਖੁੱਲ੍ਹਣਾ ਉੱਥੇ ਖੁੱਲ੍ਹੇਗਾ, ਨਾਲ ਦੀ ਨਾਲ ਵਾਲ ਬੰਦ ਹੋ ਜਾਏਗੀ, ਉੱਪਰ ਕੁਛ ਨਹੀਂ ਆਏਗਾ, ਨਾ ਦੰਦ ਖਰਾਬ ਨਾ ਗਲਾ ਖਰਾਬ। ਤਾਂ ਮੈਂ ਯੂਜਲੀ ਦਿੰਦਾ ਸੀ ਉਹਨਾਂ ਲੋਕਾਂ ਨੂੰ ਜਿਹੜੇ ਐਪਲ ਸਾਈਡਰ ਤੰਗ ਸੀ। ਮਗਰ ਜ਼ਿਆਦਾ ਤੁਹਾਡੇ ਨਾਲ ਲੱਗਿਆ, ਤੁਹਾਡੀ ਪਹਿਲੀ ਕੰਪਲੇਂਟ ਇਹ ਹੈ ਕਿ ਐਪਲ ਸਾਈਡਰ ਓਰੀਜਨਲ ਨਹੀਂ ਹੈ। ਫਿਰ ਮੈंने ਟੈਸਟ ਕਰਿਆ, ਮੈਂ ਕਿਹਾ ਹਾਂ ਜਿਹੜਾ ਮੈਂ ਰਿਕਮੈਂਡ ਕਰਦਾ ਮਹਿੰਗਾ ਬਹੁਤ ਸੀ। ਲੋਕੀ ਕਹਿੰਦੇ ਰਵਿੰਦਰ ਮਹਿੰਗੀਆਂ ਗੱਲਾਂ ਕਰਦਾ। ਫਿਰ ਆਪਾਂ ਸੋਲਿਊਸ਼ਨ ਲੱਭਣਾ ਸੀ ਕਿ ਸੱਪ ਵੀ ਮਰ ਜਾਏ ਅਤੇ ਲਾਠੀ ਵੀ ਨਾ ਟੁੱਟੇ। ਅੱਛਾ, ਇਹਦੇ ਡੋਜ਼ ਕਿਵੇਂ ਲੈਣੀ ਹੁੰਦੀ ਹੈ ਅਤੇ ਕਿੰਨੇ ਦਿਨ ਦੇ ਵਿੱਚ ਰਿਜ਼ਲਟ ਮਿਲਣਾ ਸ਼ੁਰੂ? ਮੈਂ ਹਰ ਮੀਲ ਤੋਂ ਪਹਿਲਾਂ 3 ਤੋਂ 4 ਕੈਪਸੂਲ ਖਾਣੇ ਰਿਕਮੈਂਡ ਕਰੂੰਗਾ। ਹਰ ਮੀਲ ਤੋਂ ਪਹਿਲਾਂ 3 ਤੋਂ 4, ਮਤਲਬ 12 ਕੈਪਸੂਲ ਦਿਨ ਦੇ ਵਿੱਚ ਜੇ 4 ਵਾਰੀ 3 ਵਾਰੀ ਖਾਂਦਾ ਤਾਂ? ਇਹ ਉਹਦੇ ਲਈ ਹੈ ਜਿਹੜੇ ਬੰਦੇ ਨੂੰ ਹਜਮ ਹੀ ਨਹੀਂ ਹੁੰਦਾ ਕੁਛ। ਹੁਣ ਉਹ ਦਵਾਈ ਤਾਂ ਇਸ ਤੋਂ ਮਹਿੰਗੀ ਲੈ ਰਿਹਾ, ਉਹਨੂੰ ਜੋ ਖਾ ਰਿਹਾ ਇੰਨਾ ਮਹਿੰਗਾ ਉਹਨੂੰ ਨਹੀਂ ਲੱਗ ਰਿਹਾ। ਨਾਰਮਲ ਬੰਦੇ ਨੂੰ ਮੈਂ ਕਹੂੰਗਾ ਜਿਹੜਾ ਕੋਈ ਡਾਈਜੈਸਟਿਵ ਇਸ਼ੂ ਨਹੀਂ ਹੈ ਅਤੇ ਉਹ ਚਾਹੁੰਦਾ ਨਹੀਂ B12 ਦੀ ਡੈਫੀਸ਼ੀਐਂਸੀ ਆਏ। ਹੁਣ B12 ਦੀ ਆ ਗਈ ਤਾਂ ਵੱਖਰੀ ਗੱਲ ਹੈ। ਤਾਂ ਉਹਨੂੰ ਮੈਂ ਕਹੂੰਗਾ ਹਰ ਮੀਲ ਤੋਂ ਪਹਿਲਾਂ 2 ਕੈਪਸੂਲ, ਅਤੇ ਇੱਕ ਨਿਰਣੇ ਕਾਲ ਜੇ ਅਗਰ 2 ਵਾਰੀ ਖਾਂਦਾ, ਜ਼ਿਆਦਾਤਰ ਲੋਕ ਅਗਰ ਮੇਰੀ ਸਲਾਹ ਸੁਣਦੇ ਹੋਣਗੇ ਤਾਂ ਮੇਰੀ ਗੱਲ ਮੰਨਦੇ ਵੀ ਹੋਣਗੇ, ਤਾਂ ਸਵੇਰੇ ਖਾਲੀ ਪੇਟ 2 ਕੈਪਸੂਲ ਲੈ ਲੈ, ਐਸਿਡ ਹੋ ਗਿਆ। ਫਿਰ ਪਹਿਲੇ ਖਾਣੇ ਤੋਂ ਪਹਿਲਾਂ ਅਤੇ ਦੂਜੇ ਖਾਣੇ ਤੋਂ ਪਹਿਲਾਂ। ਜੇ ਤੁਹਾਨੂੰ ਲੱਗਦਾ ਤੁਹਾਨੂੰ ਡਾਈਜੈਸ਼ਨ ਇਸ਼ੂਜ਼ ਜ਼ਿਆਦਾ ਨੇ, ਮੈਂ 3 ਕੈਪਸੂਲ ਦਊਂਗਾ। ਜਿਹਨੂੰ ਬਾਡੀ ਦਿੱਕਤ ਹੈ, ਹਾਈਪਰ ਨਹੀਂ ਹਾਈਪੋ, ਜਿਹਦੀ ਬਾਡੀ ਬੁਰੀ ਹਾਲਤ ਹੈ, ਜਿਹਨੂੰ ਇਨਡਾਈਜੈਸ਼ਨ, ਗੈਸ, ਕੌਨਸਟੀਪੇਸ਼ਨ ਬਹੁਤ ਬੁਰਾ ਹਾਲ ਹੈ, ਜਾਂ ਸੀਬੋ ਕਈ ਲੋਕਾਂ ਨੂੰ ਹੈਗੀ ਹੈ, ਸਮਾਲ ਇੰਟੈਸਟਾਈਨ ਬੈਕਟੀਰੀਅਲ ਓਵਰਗਰੋਥ, ਉਹਨੂੰ 5 ਤੋਂ 7 ਹਰ ਮੀਲ ਤੋਂ ਪਹਿਲਾਂ ਲੈਣੇ ਪੈਣਗੇ। ਕਿਉਂਕਿ ਇਹਨੇ ਤੁਹਾਡੇ ਮਾਈਕਰੋਬਸ ਉਹ ਮਾਰ ਦੇਣੇ ਜਿਹੜੇ ਨਹੀਂ ਚਾਹੀਦੇ ਸਰੀਰ ਨੂੰ। ਨਹੀਂ, ਪਰ ਇਹ ਤੁਸੀਂ 5 ਤੋਂ 7 ਕੈਪਸੂਲ ਜਾਣੀ ਇੱਕ ਵੱਡਾ ਕੈਪਸੂਲ ਦੇ ਡੈਡੀ ਜੀ ਬਣਾ ਦੇਣੇ ਸੀ। ਉਹ ਫਿਰ ਨਿਗਰਦਾ ਨਹੀਂ ਜੀ ਬੰਦੇ ਤੇ। ਕੋਸ਼ਿਸ਼ ਦੇਖਾਂਗੇ। ਦੇਖੋ ਇੱਕ ਗੱਲ ਦੱਸਦਾ ਨਾ, ਐ ਨਹੀਂ ਹੈ ਮੇਰੀ ਗੱਲ ਵੀ ਐ ਨਹੀਂ ਮੰਨੀ ਕਿ ਕਿਹੜਾ ਮੈਂ ਕੋਈ ਤੁਹਾਨੂੰ ਮੈਡੀਕਲ ਐਡਵਾਈਸ ਦੇ ਰਿਹਾ। 2 ਤੋਂ ਸ਼ੁਰੂ ਕਰਕੇ ਦੇਖ ਲਓ, ਨਹੀਂ ਰਿਜ਼ਲਟ ਬਣਿਆ 3 ਕਰ ਦਿਓ। ਜਿਵੇਂ ਮੈਂ ਤੁਹਾਨੂੰ ਅਸ਼ਵਗੰਧਾ ਤੇ ਉਸ ਦੱਸਿਆ ਮਿਲਕ ਤੇ ਸੱਚ 4 ਤੇ ਗੱਲ ਬਣ ਗਈ। ਹੁਣ ਤੁਸੀਂ ਕਿਹਾ ਮੈਂ 2 ਮੇਰੇ ਲਈ ਬਹੁਤ ਹੈ, ਵੈਰੀ ਗੁੱਡ। ਮੈਂ ਤਾਂ 1 ਤੋਂ ਸ਼ੁਰੂ ਕਰਕੇ ਦੇਖ ਲੂੰਗਾ, ਮਗਰ ਮੈਨੂੰ ਪਤਾ ਕਿਤੇ ਗੱਲ ਨਹੀਂ ਮੰਨਣੀ। ਜਿੰਨੇ ਕੁ ਅੱਜ ਕੱਲ੍ਹ ਦਾ ਸਟਰੈਸ ਇਹੋ ਜਿਹਾ ਜੀ ਕਿ ਜਿਹੜਾ ਕਹਿੰਦਾ ਨਾ ਮੇਰੇ ਕੋਲ ਸਟਰੈਸ ਨਹੀਂ ਹੈ, ਉਹਦੀ ਵੀ ਸੂਟ ਉੱਪਰ ਟੱਪੀ ਹੋਈ ਹੈ। ਇੰਨਾ ਕੁ ਤਾਂ ਕਹਿੰਦੇ ਇੰਨਾ ਕੁ ਤਾਂ ਹਰ ਇੱਕ ਨੂੰ ਹੁੰਦਾ। ਇੱਕ ਚੀਜ਼ ਦੱਸੋ ਕਿ ਤੁਸੀਂ ਕਿਹਾ ਵੀ 0.0 ਸਮਥਿੰਗ ਜਿਹੜਾ ਇਹ ਰਿਕੁਆਇਰਡ ਹੁੰਦਾ ਬੋਡੀ ਲਈ B12 ਜਿਹੜਾ, ਅਤੇ ਇਹ ਜਦੋਂ ਆਪਾਂ ਕੈਪਸੂਲ ਲੈਂਦੇ, ਕੈਪਸੂਲ 'ਚ ਕਿੰਨੀ ਕੁਆਂਟਿਟੀ ਹੁੰਦੀ ਹੈ ਜੀ? ਕੈਪਸੂਲ 'ਚ ਤਾਂ B12 ਹੈ ਹੀ ਨਹੀਂ। ਨਾ B12 ਤੁਹਾਡੇ ਖਾਣੇ 'ਚ ਹੈਗਾ। ਅੱਜ ਤਾਂ ਤੁਹਾਡੀ ਸਟਮਕ ਨੂੰ ਐਬਿਲਿਟੀ ਦੇਣੀ ਹੈ, ਸ਼ਮਤਾ ਦੇਣੀ ਹੈ ਕਿ ਤੁਹਾਡੇ ਖਾਣੇ 'ਚੋਂ B12 ਕੱਢਣ ਲੱਗ ਜੇ। ਨਾ B12 ਨਹੀਂ ਖਾ ਰਹੇ ਆਪਾਂ। ਜੇ ਉਹ ਤਾਂ ਉਸ ਸਟੇਜ 'ਤੇ ਬੜਾ ਬੁਰਾ ਹਾਲ ਹੈ B12 ਦਾ, ਉਹਨੂੰ ਅਸੀਂ ਕਹਿੰਦੇ ਹਾਂ ਨੈਚੁਰਲ ਜਿਹੜਾ ਮੈਂ ਦੱਸਿਆ M ਤੋਂ ਸ਼ੁਰੂ ਹੋਣ ਵਾਲਾ ਉਹ ਦੇਣਾ। ਵਰਨਾ B12 'ਤੇ ਤਾਂ ਆਪਾਂ ਜਾਣਾ ਹੀ ਨਹੀਂ, ਉਹ ਡੈਫੀਸ਼ੀਐਂਸੀ ਤੱਕ ਪਹੁੰਚਣ ਨਹੀਂ ਦੇਣਾ ਤੁਹਾਨੂੰ। ਖਾਣੇ 'ਚ ਹੈਗਾ B12, ਬਹੁਤ ਥੋੜ੍ਹਾ ਚਾਹੀਦਾ ਹੁੰਦਾ ਅਤੇ ਆਪਣੇ ਖਾਣੇ 'ਚ ਮਿਕਸ ਹੈਗਾ। ਜੇ ਆਪਣੇ ਤਰੀਕੇ ਨਾਲ ਲੋਕ ਖਾ ਰਹੇ ਨੇ ਨਿਕਲ ਜੂਗਾ, ਮਗਰ ਉਹ ਨਿਕਲਣ ਜੋਗੀ ਸ਼ਮਤਾ ਸਟਮਕ ਦੀ ਸਭ ਤੋਂ ਪਹਿਲੀ ਪ੍ਰੋਬਲਮ ਸਟਮਕ ਦੀ ਲੋ ਐਸਿਡਿਟੀ ਹੈ। ਅੱਛਾ, ਤੁਸੀਂ ਪਾਲਕ ਦੀ ਗੱਲ ਕੀਤੀ ਹੈ, ਕਹਿੰਦੇ ਪਾਲਕ ਮੈਨੂੰ ਠੀਕ ਨਹੀਂ ਕਹਿੰਦਾ। ਉਹ ਪਾਲਕ ਕਿਉਂ ਤੁਸੀਂ ਪਰਾਂ ਕਰਤੀ? ਪਾਲਕ 'ਚ ਨਾ ਆਕਸੀਲੇਟਸ ਹੁੰਦੇ ਨੇ। ਆਕਸੀਲੇਟਸ ਜਿਵੇਂ ਟਮਾਟਰ 'ਚ ਆਕਸੀਲੇਟਸ ਹੁੰਦੇ ਨੇ, ਤੁਹਾਨੂੰ ਜਦ ਵੀ ਪੱਥਰੀ ਬੰਦ ਲੱਗਦੀ ਹੈ ਪਾਲਕ 'ਤੇ ਆਕਸੀਲੇਟ ਉਹ ਬੰਦ ਕਰਦਾ ਟਮਾਟਰ ਡਾਕਟਰ। ਕਿਉਂ? ਆਕਸੀਲੇਟਸ ਆਪਣੀ ਬੋਡੀ ਨੂੰ ਜ਼ਿਆਦਾ ਨਹੀਂ ਚਾਹੀਦੇ ਹੁੰਦੇ। ਪਾਲਕ ਸੋਚਿਆ ਜਾਂਦਾ ਬੜੀ ਵਧੀਆ ਚੀਜ਼ ਹੈ। ਜਿਵੇਂ ਆਪਾਂ ਪੰਜਾਬੀ ਪਾਲਕ ਖਾਂਦੇ ਹਾਂ ਤਾਂ ਉਹ ਬਿਲਕੁਲ ਗਲਤ ਹੈ, ਜਿਵੇਂ ਅੰਗਰੇਜ਼ ਖਾਂਦੇ ਉਹ ਵੀ ਗਲਤ ਹੈ। ਦੱਸ ਦੇਣਾ ਕਿਉਂ। ਆਪਾਂ ਉਹਨੂੰ ਮਾਰ ਕੇ ਖਾਂਦੇ, ਬਿਲਕੁਲ ਘੋਟ ਕੇ। ਪਨੀਰ ਖਾਈ ਪਾਲਕ ਨਾਲ, ਮੈਂ ਕਿਹਾ ਇਹ ਤਾਂ ਮਰਿਆ ਹੋਇਆ ਸੀ। ਪਾਲਕ ਨੂੰ ਹਮੇਸ਼ਾ ਸੌਟੇ ਜਾਂ ਸਟੀਮ ਕਰਕੇ ਖਾਇਆ ਜਾ ਸਕਦਾ, ਉਹ ਵੀ ਲੈਸ ਦੈਨ ਅੱਧੀ ਕੁ ਮੁੱਠੀ ਇੱਕ ਸਲਾਦ 'ਚ। ਇਹਦੇ 'ਚ ਪ੍ਰੋਪਰਟੀਜ਼ ਹੈਗੀਆਂ, ਮਗਰ ਥੋੜ੍ਹੀ ਜਿਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਚਾਹੀਦੀਆਂ ਨੇ। ਉਹ ਸੌਟੇ ਕਰਨ ਨਾਲ ਜਾਂ ਸਟੀਮ ਕਰਨ ਨਾਲ ਹਲਕਾ, ਜ਼ਿਆਦਾ ਨਹੀਂ,
ਉਹ ਪ੍ਰੋਪਰਟੀਆਂ ਜਿਹੜੀ ਜ਼ਿਆਦਾ ਖਰਾਬ ਕਰਨ ਲਈ ਮਰ ਜਾਂਦੀਆਂ। ਤਾਂ ਮੈਂ ਪਾਲਕ ਦੇ ਫੇਵਰ 'ਚ ਬਾੜਾ ਨਹੀਂ ਹੈ, ਥੋੜਾ ਜਿਹਾ ਹੈ। ਪਾਲਕ ਕੱਚੀ ਵੀ ਖਾਈ ਆ? ਕੱਚੀ ਦਾ ਕੋਈ ਫਾਇਦਾ ਨਹੀਂ, ਉਹਦੇ 'ਚ ਉਹ ਚੀਜ਼ਾਂ ਮਰੀਆਂ ਨਹੀਂ ਹੋਈਆਂ। ਮੈਂ ਉਹਨੂੰ ਪਾਲਕ ਨੂੰ ਹਮੇਸ਼ਾ ਜਾ ਕੇ, ਮੈਂ ਹਮੇਸ਼ਾ ਕੁਕਿੰਗ ਦੇ ਵਿਰੁੱਧ ਹਾਂ, ਤਾਂ ਹੀ ਮੈਂ ਘੱਟ ਖਵਾ ਕੇ ਖੁਸ਼ ਹਾਂ। ਪਾਲਕ ਇਹੀ ਚੀਜ਼ ਨੂੰ ਥੋੜਾ ਸੌਟੇ ਕਰਿਆ ਹੋਇਆ ਹੈ ਨਾ, ਹਲਕਾ ਜਿਹਾ ਭੁੰਨਿਆ ਹੋਇਆ, ਬਹੁਤ ਹਲਕਾ, ਜਾਂ ਫਿਰ ਹਲਕਾ ਜਿਹਾ ਸਟੀਮ ਲਵਾਈ ਹੋਈ, ਠੀਕ ਰਹਿੰਦਾ। ਹਾਂਜੀ। ਤੇ ਇਹ ਹੁਣ ਮਿਲੂ ਕਿੱਥੋਂ ਜਿਹੜਾ ਤੁਸੀਂ ਇਹ ਦੱਸਿਆ ਹੈਗਾ? ਸੇਮ ਜੀ, ਸਿੰਮੀ ਜੀ ਨੂੰ ਫੋਨ ਕਰ ਸਕਦੇ ਹੋ। ਸਿੰਮੀ ਦਾ ਨੰਬਰ ਹੈ 8595754090, 8595754090। ਤੁਸੀਂ ਉਹਨਾਂ ਨੂੰ ਕਹਿ ਕੇ ਆਰਡਰ ਕਰ ਸਕਦੇ ਹੋ। ਇਹ ਹਜੇ ਤਾਂ ਹੀ ਮੈਂ ਕਹਾ 'ਚ ਡੱਬੀ ਵੀ ਨਹੀਂ ਹੈ, ਇਹ ਅੱਜ ਤਿਆਰ ਹੋਇਆ, ਮੇਰੇ ਹੱਥ 'ਚ ਨਹੀਂ ਆਇਆ। ਮਗਰ ਮੈਨੂੰ ਪਤਾ ਤੁਹਾਡੀ ਆਪਣੀ ਵੀਡੀਓ ਜਦੋਂ ਲੱਗੇਗੀ, ਜਦੋਂ ਰੈਡੀ ਹੋਏਗਾ, ਤਾਂ ਸਮ੍ਰਿਤੀ ਜੀ ਨੂੰ ਫੋਨ ਕਰਕੇ, ਸਿੰਮੀ ਨੂੰ ਫੋਨ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ। ਅਤੇ ਉਵੇਂ ਜਿਵੇਂ ਅੱਗੇ ਕਹਿੰਦਾ ਹੁਣ 2-3 ਡੱਬੀਆਂ ਇਕੱਠੀਆਂ ਮੰਗਾਈਓ, ਸਾਨੂੰ ਵੀ ਫਾਇਦਾ, ਤੁਹਾਨੂੰ ਵੀ ਫਾਇਦਾ। ਕਿੰਨੀ ਕੁ ਦੇਰ ਬਾਅਦ ਇਹ ਮਤਲਬ ਰਿਜ਼ਲਟ ਦੇਣੇ ਸ਼ੁਰੂ ਕਰ ਸਕਦੇ? ਦੇਖੋ, ਇੱਕ ਆਮ ਬੰਦੇ ਨੂੰ 3 ਤੋਂ 4 ਦਿਨ 'ਚ, ਕਈਆਂ ਨੂੰ ਤਾਂ ਪਹਿਲੇ ਦਿਨ ਉਹਨਾਂ ਨੂੰ ਐਂ ਲੱਗੂਗਾ ਯਾਰ ਹਲਕਾ ਲੱਗਣ ਲੱਗ ਗਿਆ, ਕਿਉਂ ਫੂਡ ਹਜਮ ਹੋਣ ਲੱਗ ਗਿਆ। ਮਗਰ ਇਹ ਢਿੱਡ ਦਾ ਸਾਈਕਲ 3 ਦਿਨ ਦਾ ਤਾਂ ਸਾਈਕਲ ਹੈਗਾ ਹੀ ਹੈ। ਉਹ ਛੋਟੀ ਇੰਟੈਸਟਾਈਨ ਜਿਹੜੀ ਦੂਰ ਵਾਲੀ ਹੈ, ਉੱਥੇ ਪਹੁੰਚਣ ਨੂੰ 2 ਦਿਨ ਲੱਗ ਜਾਂਦੇ ਆ। ਉੱਥੇ ਜਾ ਕੇ ਰਿਜ਼ਲਟ ਦੇਖਣਾ ਸ਼ੁਰੂ, ਤਾਂ 2 ਤੋਂ 3 ਦਿਨ ਰਿਜ਼ਲਟ ਦੇਖਣਾ ਸ਼ੁਰੂ ਹੋਏਗਾ। 2 ਤੋਂ 3 ਦਿਨ ਰਿਜ਼ਲਟ ਸੁਣਨਾ ਜੀ। ਅਤੇ ਜਾਂਦੇ ਕੋਈ ਇਸ ਬਾਰੇ ਕੋਈ ਟਿਪ ਆਫ ਦਾ ਇੰਟਰਵਿਊ ਦੇਣਾ ਚਾਹੋ? ਉਹੀ ਜੀ, ਮੈਂ ਤਾਂ ਇੱਕ ਤਾਂ ਕਹਿਣਾ ਨਾ, ਪਲੀਜ਼ ਚੀਜ਼ ਨੂੰ ਟੈਸਟ ਕਰਿਓ, ਹੈ ਨਾ। ਤੁਸੀਂ ਇਹ ਚੀਜ਼ ਲੱਭ ਲਓ, ਟਰਾਈ ਕਰਕੇ ਦੱਸੋ, ਅਤੇ ਸਾਨੂੰ ਰਿਜ਼ਲਟ ਜ਼ਰੂਰ ਦੱਸਿਓ, ਕਿਉਂਕਿ ਸਾਨੂੰ ਉਸ ਚੀਜ਼ ਤੋਂ ਮੈਨੂੰ ਬੜੀ ਉਹ ਮਿਲਦੀ ਹੈ। ਜਿਵੇਂ ਕਹਿੰਦੇ ਤੁਸੀਂ, ਮੈਂ ਕਹਿੰਦਾ ਮੇਰੇ ਦਿਲ ਦਾ ਫੂਡ ਤਾਂ ਇਹ ਹੈ, ਜਾਂ ਕੋਈ ਬੰਦਾ ਦੱਸਦਾ ਫਿਰ ਉਹ ਹੱਲਾਸ਼ੇਰੀ ਮਿਲਦੀ ਹੈ ਹੋਰ ਰਿਸਰਚ ਕਰਨ ਦੀ। ਬਾਕੀ ਅਫਕੋਰਸ ਸਟਮਕ ਐਸਿਡ ਸਮਝੋ ਇਹ ਪੁੱਠਾ ਹੈ, ਲੋਕ ਸੋਚਦੇ ਐਸਿਡ ਜ਼ਿਆਦਾ ਹੈ, ਅਤੇ ਜਦ ਕਿ ਐਸਿਡ ਘੱਟ ਹੈ। ਸਟਮਕ ਦੇ ਉੱਪਰ ਇੱਕ ਵਾਲਵ ਲੱਗਿਆ ਹੋਇਆ, ਇੱਕ ਵਾਲਵ ਸਮਝਦੇ, ਇੱਕ ਢੱਕਣ, ਉਹ ਢੱਕਣ ਬੰਦ ਤਦੋਂ ਹੁੰਦਾ ਜਦੋਂ ਸਟਮਕ 'ਚ ਐਸਿਡਿਟੀ ਬਿਲਕੁਲ ਸੈੱਟ ਆ ਜਾਂਦੀ ਹੈ। 13 ਕਹਿੰਦੇ ਮੈਂ, 3 ਜਾਂ ਉਸ ਤੋਂ ਘੱਟ। ਜਦੋਂ ਐਸਿਡਿਟੀ ਘੱਟ ਹੈ, ਉਹ ਖੁੱਲ੍ਹਾ ਰਹਿ ਜਾਣਾ, ਫੂਡ ਉੱਪਰ ਆ ਜਾਣਾ, ਤੁਸੀਂ ਕਹਿਣਾ ਮੈਨੂੰ ਐਸਿਡਿਟੀ ਦੀ ਪ੍ਰੋਬਲਮ ਹੈ। ਸਿੰਪਲ ਚੀਜ਼ਾਂ ਕਰਕੇ ਦੇਖਿਓ, ਅਤੇ ਕੁਲਵੰਤ ਜੀ ਨੂੰ ਕਮੈਂਟ ਕਰ ਦਿਓ, ਮੈਨੂੰ ਕਰ ਦਿਓ, ਵੀਡੀਓ ਬਣਾ ਕੇ ਦੇ ਦੋਗੇ ਤਾਂ ਸਾਨੂੰ ਹੋਰ ਵੀ ਵਧੀਆ, ਸਟੇਟਸ 'ਤੇ ਲਾਵਾਂਗੇ। ਮੈਨੂੰ ਬੜਾ ਅੱਛਾ ਲੱਗਦਾ ਲੋਕਾਂ ਨੂੰ ਪ੍ਰਮੋਟ ਕਰਨਾ ਕਿ ਯਾਰ ਅੱਛੀ ਚੀਜ਼ ਫੋਲੋ ਕਰਕੇ ਦੇਖੋ, ਐਡਵਾਈਸ ਚੰਗੀ ਲੱਗੀ ਤਾਂ ਅੱਗੇ ਵੰਡੋ। ਥੈਂਕ ਯੂ ਜੀ। ਬਹੁਤ ਧੰਨਵਾਦ, ਤੁਸੀਂ ਇੱਕ ਕਮਾਲ ਦੀ ਜਾਣਕਾਰੀ ਫਿਰ ਦੁਬਾਰਾ ਦਿੱਤੀ ਹੈ। ਆਪਣਾ ਨੰਬਰ ਵੀ ਬੋਲ ਦਿਓ। ਹਾਂਜੀ, ਜੇ ਕੋਈ ਮੇਰੇ ਤੋਂ ਐਜ਼ ਅ ਕਲਾਇੰਟ ਹੈਲਪ ਚਾਹੁੰਦਾ ਹੈ, ਜਾਂ ਤੁਸੀਂ ਕੋਚ ਟ੍ਰੇਨਿੰਗ ਲੈਣਾ ਚਾਹੁੰਦੇ ਹੋ, ਤਾਂ ਉਹਦੇ ਲਈ ਤੁਸੀਂ ਮੈਨੂੰ ਰੀਚ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ 9888475000, 9884875000। ਅਤੇ ਅੱਜ ਕੱਲ੍ਹ ਸਾਡਾ ਮੇਰਾ ਮੇਨ ਜ਼ੋਰ ਕੋਚ ਟ੍ਰੇਨਿੰਗ 'ਤੇ ਹੈ। ਮੈਂ ਚਾਹੁੰਦਾ ਜਿਵੇਂ ਦੀ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਲੋਕਾਂ ਕੋਲ ਹੋਏ, ਲੋਕ ਇੱਕ ਚੰਗਾ ਪ੍ਰੋਫੈਸ਼ਨ ਬਣਾ ਸਕਣ, ਲੋਕਾਂ ਦੀ ਮਦਦ ਕਰ ਸਕਣ, ਦਿਲ ਵੀ ਖੁਸ਼, ਜੇਬ ਵੀ ਖੁਸ਼। ਦਿਲ ਵੀ ਖੁਸ਼ ਅਤੇ ਜੇਬ ਵੀ ਖੁਸ਼। ਬਹੁਤ ਬਹੁਤ ਧੰਨਵਾਦ, ਤੁਸੀਂ ਇੱਕ ਕਮਾਲ ਦੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਅਤੇ ਉਮੀਦ ਕਰਦੇ ਹਾਂ ਕਿ ਦਰਸ਼ਕ ਜਿਹੜੇ ਨੇ ਉਹ ਨਾ ਸਿਰਫ ਆਪਣੀ ਜਿਹੜੀ ਸਰੀਰ ਦਾ ਮਰਜ਼ ਠੀਕ ਕਰਨਗੇ, ਬਲਕਿ ਤੁਹਾਡੇ ਤੋਂ ਕੋਚ ਟ੍ਰੇਨਿੰਗ ਲੈ ਕੇ ਵੀ ਜਿਹੜੇ ਅੱਗੇ ਹੋਰ ਸਮਾਜ ਦੇ ਵਿੱਚ ਸੇਵਾ ਲਈ ਜਾਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਮੋਸਟ ਵੈਲਕਮ। ਸੋ ਸਾਨੂੰ ਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਬਾਡੀ ਦੇ ਅੰਦਰ ਤੇਜ਼ਾਬ ਨਾ ਬਣਨ ਕਰਕੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ, ਉਹਦਾ ਇੱਕ ਹੱਲ ਦਿੱਤਾ, ਬੀਟੇਨ ਹਾਈਡਰੋਕਲੋਰਾਈਡ। ਇਸ ਨੂੰ ਇੱਕ ਕੈਪਸੂਲ ਦੀ ਸ਼ਕਲ ਦਿੱਤੀ ਗਈ ਹੈ, ਅਤੇ ਕੈਪਸੂਲ ਜਿਹੜੇ ਨੇ ਉਹ ਕੰਮ ਕਰਨਗੇ ਜਿਹੜਾ ਕਿ ਵੱਡੀਆਂ ਜਿਹੜੀਆਂ ਉਹ ਦੁਕਾਨਦਾਰੀਆਂ, ਵੱਡੇ ਜਿਹੜੇ ਜਿਹੜੇ ਆਪਾਂ ਕਹਿੰਦੇ ਹਾਂ ਸਰੀਰ ਦੇ ਮਕੈਨਿਕ, ਉਹ ਵੀ ਨਹੀਂ ਠੀਕ ਕਰ ਸਕਦੇ। ਅਤੇ ਜਾਂਦਿਆਂ ਨੇ ਇੱਕ ਡਿਸਕਲੇਮਰ ਵੀ ਨਾਲ ਕਹਿ ਦਈਏ ਕਿ ਇਹ ਪ੍ਰੋਗਰਾਮ ਮੈਡੀਕਲ ਐਡਵਾਈਸ ਲਈ ਨਹੀਂ ਹੈ। ਇਹ ਪ੍ਰੋਗਰਾਮ ਸਿਰਫ ਅਤੇ ਸਿਰਫ ਜਾਣਕਾਰੀ ਲਈ ਹੈ, ਅਤੇ ਜਾਣਕਾਰੀ 'ਚ ਵਾਧਾ ਕਰੋ, ਆਪਣੀ ਜਾਣਕਾਰੀ 'ਚ ਵਾਧਾ ਕਰੋ, ਅਤੇ ਅੱਗੇ ਤੁਸੀਂ ਇਸ ਚੀਜ਼ ਨੂੰ ਅਜਮਾ ਕੇ ਦੇਖੋ, ਅਤੇ ਜੇ ਤੁਹਾਨੂੰ ਫਾਇਦਾ ਹੁੰਦਾ ਤਾਂ ਫਿਰ ਇਸ ਵੀਡੀਓ ਨੂੰ ਬਣਾਉਣ ਦਾ ਸਾਡਾ ਮਕਸਦ ਜਿਹੜਾ ਉਹ ਕਾਮਯਾਬ ਰਹੇਗਾ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਲੋਕਾਂ ਨੂੰ ਫਾਇਦਾ ਹੋਵੇ, ਅਤੇ ਜਿਨ੍ਹਾਂ ਲੋਕਾਂ ਨੂੰ ਫਾਇਦਾ ਹੋਵੇ ਉਹ ਆਪਣੀ ਜਿਹੜੀ ਆ ਉਹ ਫੀਡਬੈਕ ਵੀਡੀਓ ਰਾਹੀਂ ਜਾਂ ਫਿਰ ਆਪਣੀ ਰਿਕਾਰਡਿੰਗ ਰਾਹੀਂ ਸਾਨੂੰ ਭੇਜੋ, ਜਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਡੇ ਕਮੈਂਟ ਨੂੰ ਉਹਦੇ 'ਚ ਕਮੈਂਟ ਕਰਕੇ ਆਪਣੀ ਰਾਏ ਦੱਸੋ, ਅਤੇ ਰਾਏ ਦੱਸੋ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਸਾਨੂੰ ਉਤਸ਼ਾਹ ਮਿਲੇਗਾ ਤਾਂ ਅਸੀਂ ਹੋਰ ਵੱਧ ਤੋਂ ਵੱਧ ਵੀਡੀਓ ਬਣਾਉਂਦੇ ਰਹਾਂਗੇ। ਸਾਡੇ ਚੈਨਲ ਨੂੰ ਅਤੇ ਸਾਡੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।